ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਤਸੰਗਤ ਦੀ ਘੜੀ ਬਖਸ਼ੀ ਸਾਨੂੰ। ਗੁਰਮੰਤਰ ਦਾ ਅਭਿਆਸ ਹੋਇਆ, ਸਾਸ ਗ੍ਰਾਸ ਸਿਮਰਨ ਹੋਇਆ, ਸਾਸ ਸਾਸ ਸਿਮਰਨ ਹੋਇਆ। ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਗੁਰਬਾਣੀ ਦੇ ਵਿੱਚ ਕਿ ਜਿਹੜਾ ਗੁਰਮੰਤਰ ਆ, ਇਸ ਦੁਆਰਾ ਹਨੇਰੇ ਦੇ ਵਿੱਚ ਉਜਾਰਾ ਹੋ ਜਾਂਦਾ ਆ, ਰੋਸ਼ਨੀ ਆ ਜਾਂਦੀ ਆ। ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ, ਕਹਿੰਦੇ ਅੰਧਕਾਰ ਮਹਿ ਗੁਰਮੰਤਰ ਉਜਾਰਾ, ਗੁਰ ਕੈ ਸੰਗ ਸਗਲ ਨਿਸਤਾਰਾ। ਕਿ ਹਨੇਰੇ ਦੇ ਵਿੱਚ ਗੁਰਮੰਤਰ ਦੁਆਰਾ ਉਜਾਰਾ ਹੋ ਜਾਂਦਾ ਆ, ਰੋਸ਼ਨੀ ਆ ਜਾਂਦੀ ਹੈ। ਗੁਰੂ ਦੇ ਸੰਗ ਮਿਲ ਕੇ, ਗੁਰੂ ਦੇ ਨਾਲ ਮਿਲ ਕੇ ਸਾਰਿਆਂ ਦਾ ਨਿਸਤਾਰਾ ਹੋ ਜਾਂਦਾ ਹੈ। ਹੁਣ ਅੱਜ ਦੀ ਕਥਾ ਜਿਹੜੀ ਆ, ਉਹ ਉਜਾਰੇ ਬਾਰੇ ਹੀ ਆ, ਪ੍ਰਕਾਸ਼ ਬਾਰੇ, ਰੋਸ਼ਨੀ ਬਾਰੇ, ਜੋਤ ਬਾਰੇ। ਅੱਜ ਦੀ ਕਥਾ ਬੜੇ ਧਿਆਨ ਨਾਲ ਸਰਵਣ ਕਰਨੀ ਆ, ਕਿਉਂਕਿ ਇਹ ਜਿਹੜੀ ਕਥਾ ਆ, ਇਸ ਦੇ ਵਿੱਚੋਂ ਪਤਾ ਲੱਗੂਗਾ ਕਿ ਕਿਵੇਂ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਉਸ ਪ੍ਰਕਾਸ਼ ਤੱਕ ਪਹੁੰਚਣਾ ਆ, ਜਿੱਥੇ ਜਾ ਕੇ ਸੱਚ ਪਰਮਾਤਮਾ ਨਾਲ ਮਿਲਾਪ ਹੁੰਦਾ ਆ, ਅਤੇ ਸਾਡੀ ਅਖੀਰਲੀ ਮੰਜ਼ਿਲ ਕੀ ਆ, ਜੋਤ ਕਿਵੇਂ ਜੋਤ ਵਿੱਚ ਜਾ ਕੇ ਮਿਲਦੀ ਆ। ਅਤੇ ਇਹ ਜਿਹੜੀ ਕਥਾ ਆ, ਜਿਹੜੇ ਲੋਕੀ ਕਹਿੰਦੇ ਕਿ ਅਸੀਂ ਪ੍ਰਕਾਸ਼ ਤੱਕ ਪਹੁੰਚੇ ਹਾਂ, ਪਰ ਉਹਨਾਂ ਨੂੰ ਪ੍ਰਕਾਸ਼ ਦਾ ਗਿਆਨ ਨਹੀਂ, ਅਰਥਾਤ ਕਿ ਉਹ ਪਖੰਡ ਕਰਦੇ ਆ, ਉਹਨਾਂ ਨੂੰ ਵੀ ਇਹ ਕਥਾ ਜਿਹੜੀ ਆ ਸੁਣ ਲੈਣੀ ਚਾਹੀਦੀ ਆ, ਕਿ ਸਹੀ ਰਾਹ 'ਤੇ ਆ ਜਾਣ, ਗੁਰੂ ਦੀ ਮਰਿਆਦਾ ਮੁਤਾਬਕ ਗੁਰੂ ਵਾਲੇ ਬਣ ਕੇ, ਅਰਥਾਤ ਪੰਜਾਂ ਪਿਆਰਿਆਂ ਰਾਹੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਜੁੜ ਕੇ ਆਪਣਾ ਜੀਵਨ ਬਤੀਤ ਕਰਨ। ਕਈ ਐਸੇ ਜੀਵ ਨੇ, ਉਹ ਦੂਜਿਆਂ ਨੂੰ ਸਮਝਾਉਂਦੇ ਆ ਪ੍ਰਕਾਸ਼ ਬਾਰੇ, ਆਪ ਉਹਨਾਂ ਨੂੰ ਉਸ ਦਾ ਗਿਆਨ ਨਹੀਂ ਹੈ, ਨਾ ਉਹਨਾਂ ਨੂੰ ਧਿਆਨ ਦੀ ਅਵਸਥਾ ਦਾ ਪਤਾ ਆ। ਅਤੇ ਜੇਕਰ ਆਹ ਕਥਾ ਜਿਹੜੀ ਅੱਜ ਆ ਸੁਣਨ ਲੱਗੇ, ਜੇ ਉਹਨਾਂ ਦੇ ਕੋਲ ਇਹ ਪਹੁੰਚ ਜਾਏ, ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਸਾਡੇ ਚੇਲੇ ਨਾ ਕਿਤੇ ਇਹ ਸੁਣ ਲੈਣ, ਕਿਉਂਕਿ ਉਹਨਾਂ ਨੂੰ ਡਰ ਰਹਿੰਦਾ ਹੈ ਕਿ ਚੇਲੇ ਜਿਹੜੇ ਆ ਸਾਡੇ ਟੁੱਟ ਜਾਣਗੇ। ਸੋ ਇਹ ਧਿਆਨ ਨਾਲ ਕਥਾ ਸਰਵਣ ਕਰਨੀ ਹਰੇਕ ਨੇ, ਕਿ ਸਾਨੂੰ ਪਤਾ ਲੱਗ ਜਾਏ ਕਿ ਅਸੀਂ ਉਸ ਮੰਜ਼ਿਲ 'ਤੇ ਕਿਵੇਂ ਪਹੁੰਚਣਾ ਹੈ, ਜਿੱਥੇ ਜਾ ਕੇ ਸਾਡਾ ਮਨ ਸੱਚ ਵਿੱਚ ਸਮਾ ਜਾਂਦਾ। ਹੁਣ ਮਹਾਰਾਜ ਨੇ ਸਮਝਾ ਦਿੱਤਾ ਕਿ ਗੁਰਮੰਤਰ ਦੁਆਰਾ ਉਜਾਰਾ ਹੋ ਜਾਂਦਾ ਹੈ, ਕਿ ਸਾਡੇ ਅੰਦਰ ਪ੍ਰਕਾਸ਼ ਹੋ ਜਾਂਦਾ। ਅਤੇ ਉਸ ਪ੍ਰਕਾਸ਼ ਤੱਕ ਪਹੁੰਚਣ ਲਈ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਗੁਰਮੰਤਰ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ, ਅਤੇ ਫਿਰ ਕਿਵੇਂ ਕਿਵੇਂ ਅਸੀਂ ਅੰਦਰੋਂ ਸ਼ਬਦ ਨੂੰ ਪਕੜਨਾ ਆ, ਕਿਵੇਂ ਨਾਮ ਦੇ ਵਿੱਚ ਸਮਾਉਣਾ ਆ, ਫਿਰ ਕਿਵੇਂ ਦਰਸ਼ਨ ਕਰਨੇ ਪਰਮਾਤਮਾ ਦੇ, ਉਹ ਸਾਰਾ ਤਰਤੀਬ ਦੁਆਰਾ ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਹੋਇਆ। ਮਹਾਰਾਜ ਕਹਿੰਦੇ ਆ, ਜਿਵੇਂ ਅਸੀਂ ਗੁਰਮੰਤਰ ਉਚਾਰਨ ਕਰਦੇ, ਇਹਨੂੰ ਕਹਿੰਦੇ ਨਾਮ ਜਪਣਾ। ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ, ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਜਦੋਂ ਅਸੀਂ ਨਾਮ ਜਪਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਕੋਈ ਰਾਮ ਰਾਮ ਕਰਦਾ, ਕੋਈ ਹਰ ਹਰ ਕਰਦਾ, ਕੋਈ ਅੱਲਾ ਕਹਿੰਦਾ ਹੈ, ਮਹਾਰਾਜ ਕਹਿੰਦੇ ਆ ਕਿ ਕਰੋੜਾਂ ਸੂਰਜਾਂ ਦਾ ਉਜਾਰਾ ਹੋ ਜਾਂਦਾ ਆ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਆ, ਅਤੇ ਜਿਹੜੇ ਸਾਡੇ ਭਰਮ ਆ, ਅਗਿਆਨਤਾ ਦਾ ਹਨੇਰਾ ਆ, ਉਹ ਸਾਰਾ ਖਤਮ ਹੋ ਜਾਂਦਾ। ਹੁਣ ਸਾਡਾ ਜਿਹੜਾ ਮਨ ਆ, ਉਹ ਤ੍ਰੈ ਗੁਣਾਂ ਦੇ ਵਿੱਚ ਸੁੱਤਾ ਹੋਇਆ, ਜਿਹਨੂੰ ਮਹਾਰਾਜ ਦੱਸਦੇ ਨੇ, ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਕਿ ਭਰਮ ਵਿੱਚ ਪੈ ਕੇ, ਅਗਿਆਨਤਾ ਦੇ ਵਿੱਚ ਪੈ ਕੇ ਸਾਡੇ ਸਾਰੇ ਮਨ, ਜਿੰਨੇ ਵੀ ਇੱਥੇ ਤ੍ਰਿਲੋਕੀ ਦੇ ਵਿੱਚ ਆਏ ਆ ਤ੍ਰੈ ਗੁਣਾਂ ਦੇ ਵਿੱਚ, ਉਹ ਸਾਰੇ ਸੌਂ ਗਏ ਆ। ਅਸੀਂ ਮਾਇਆ ਨਾਲ ਮੋਹ ਪਾ ਲਿਆ। ਇਹ ਮਾਇਆ ਆ, ਤ੍ਰੈ ਗੁਣ ਜਿਹੜੇ ਆ, ਜਿਹਨੂੰ ਮਹਾਰਾਜ ਕਹਿੰਦੇ ਰਜਗੁਣ, ਤਮਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਸ ਦੇ ਵਿੱਚ ਆ ਕੇ ਅਸੀਂ ਭਰਮ ਦੇ ਵਿੱਚ ਪੈ ਕੇ ਸੌਂ ਗਏ। ਹੁਣ ਇਸ ਭਰਮ ਦੇ ਵਿੱਚੋਂ ਮਹਾਰਾਜ ਸਾਨੂੰ ਗੁਰਬਾਣੀ ਰਾਹੀਂ ਕੱਢਦੇ ਆ। ਗੁਰਬਾਣੀ ਰਾਹੀਂ ਮਹਾਰਾਜ ਫਿਰ ਸਾਨੂੰ ਸਮਝਾਉਂਦੇ ਆ ਕਿ ਤੁਸੀਂ ਜੇ ਜਾਗਣਾ ਆ, ਅਤੇ ਇਸ ਸੁੱਤੇ ਪਏ ਮਨ ਨੂੰ
ਸਿਮਰਨ ਕਰਾਉਣਾ ਪਊਗਾ। ਮਹਾਰਾਜ ਕਹਿੰਦੇ ਆ, ਸਿਮਰ 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 ਗੁਰ ਆਪਣਾ, ਸੋਇਆ ਮਨ ਜਾਗਾਈ, ਕਿ ਸੁੱਤਾ ਪਿਆ ਮਨ ਜਿਹੜਾ ਆ ਉਹ ਜਾਗ ਪੈਂਦਾ ਜਦੋਂ ਅਸੀਂ ਸਿਮਰਨ ਕਰਦੇ ਹਾਂ। ਜਦੋਂ ਸਾਡਾ ਮਨ ਅਭਿਆਸ ਕਰਦਾ ਹੈ, ਨਾਮ ਅਸੀਂ ਜਪਦੇ ਹਾਂ, ਤੇ ਕੀ ਹੁੰਦਾ, ਸਾਡੇ ਜਿਹੜੇ ਵਿਚਾਰ ਆ ਉਹ ਖਤਮ ਹੁੰਦੇ ਆ। ਸਾਡਾ ਮਨ ਟਿਕਾਓ ਕਰਦਾ ਆ ਫਿਰ ਆਪਣੇ ਘਰ ਵਿੱਚ ਜਾ ਕੇ, ਜਿਸ ਨੂੰ ਸੁੰਨ ਕਹਿ ਦਿੱਤਾ, ਜੋ ਤ੍ਰੈਗੁਣਾ ਤੋਂ ਉੱਪਰ ਆ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਦ ਸੱਚੇ ਘਰ ਬਾਰਾ, ਨਾਨਕ ਨਿਰਮਲ ਨਾਦ ਸ਼ਬਦ ਧੁਨ, ਸੱਚ ਰਾਮੇ ਨਾਮ ਸਮਾਇੰਦਾ। ਕਹਿੰਦੇ ਸੁਨ ਸਾਡਾ ਸੱਚਾ ਘਰ ਬਾਰ ਆ, ਜਿੱਥੇ ਜਾ ਕੇ ਫੁਰਨਿਆਂ ਤੋਂ ਅਸੀਂ ਰਹਿਤ ਹੋ ਜਾਂਦੇ, ਸਾਡਾ ਮਨ ਉੱਥੇ ਪ੍ਰਵੇਸ਼ ਹੋ ਜਾਂਦਾ। ਉਸ ਸੁਨ ਦੇ ਵਿੱਚ ਜਾ ਕੇ ਜਿਹੜਾ ਸਾਡਾ ਮਨ ਆ ਉਹ ਫਿਰ ਨਾਦ ਨੂੰ ਪਕੜਦਾ ਆ, ਉੱਥੇ ਨਾਦ ਚੱਲ ਰਿਹਾ ਆ, ਉਸ ਨੂੰ ਰਾਮ ਦਾ ਨਾਮ ਕਹਿ ਦਿੱਤਾ ਆ। ਉਸ ਦੇ ਵਿੱਚ ਸਾਡੀ ਸੁਰਤੀ ਨੇ ਸਮਾਉਣਾ ਹੁੰਦਾ। ਕਈਆਂ ਦਾ ਸਵਾਲ ਕਈ ਵਾਰੀ ਹੁੰਦਾ ਕਿ ਸਮਾਉਣ ਦਾ ਕੀ ਭਾਵ ਹੈ। ਸਮਾਉਣ ਦਾ ਹੁੰਦਾ ਭਾਵ, ਸੁਰਤੀ ਜਿਹੜੀ ਹੈ ਸਾਡੀ, ਸੁਰਤੀ ਉਸ ਨਾਮ ਦੇ ਨਾਲ ਇਸ ਤਰੀਕੇ ਨਾਲ ਮਿਲ ਜਾਂਦੀ, ਜਿੱਥੇ ਪਾਸਿਓਂ ਨਾਮ ਪ੍ਰਗਟ ਹੋ ਰਿਹਾ ਆ ਉੱਥੇ ਸੁਰਤੀ ਫਿਰ ਪਹੁੰਚ ਜਾਂਦੀ ਹੈ, ਜਿਹਨੂੰ ਇੰਗਲਿਸ਼ ਵਿੱਚ ਕਹਿ ਦਿੰਦੇ ਅਬਜ਼ੋਰਬ ਹੋਣਾ, ਨਾਮ ਦੇ ਵਿੱਚ ਰਤੇ ਜਾਣਾ, ਨਾਮ ਦੇ ਵਿੱਚ ਰੰਗੇ ਜਾਣਾ, ਇਸ ਤਰੀਕੇ ਦੇ ਨਾਲ ਕਿ ਨਾਮ ਦੇ ਵਿੱਚ ਹੀ ਸੁਰਤੀ ਲੀਨ ਹੋ ਜਾਏ। ਉਹ ਹੁੰਦਾ ਹੈ ਨਾਮ ਨੂੰ ਸੁਣ ਸੁਣ ਕੇ। ਹੁਣ ਜਦੋਂ ਅਸੀਂ ਅਭਿਆਸ ਕਰਦੇ ਹਾਂ ਤੇ ਜਿਸ ਤਰੀਕੇ ਨਾਲ ਅਸੀਂ ਗੁਰਮੰਤਰ ਨੂੰ ਉਚਾਰਨ ਕਰ ਰਹੇ ਹਾਂ, ਅਸੀਂ ਗਿਆਨ ਇੰਦਰੀਆਂ ਦਾ ਇਸਤੇਮਾਲ ਕਰ ਰਹੇ ਹਾਂ, ਜਿਵੇਂ ਕਿ ਅਸੀਂ ਰਸਨਾ ਦੁਆਰਾ ਜਾਪ ਕਰਦੇ ਹਾਂ। ਇਹ ਹੁੰਦੀਆਂ ਗਿਆਨ ਦੀਆਂ ਵਿਧੀਆਂ, ਸਾਸ ਗਰਾਸ ਸਿਮਰਨ, ਸਾਸ ਸਾਸ ਸਿਮਰਨ। ਅਸੀਂ ਜਾਣਾ ਹੁੰਦਾ ਧਿਆਨ ਦੇ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਤੁਸੀਂ ਆਪਣੀ ਆਵਾਜ਼ ਵਿੱਚ ਪਹਿਲਾਂ ਧਿਆਨ ਲਾਓ, ਫਿਰ ਧਿਆਨ ਦੀ ਅਵਸਥਾ ਦੇ ਵਿੱਚ ਜਾਓਗੇ, ਜਿਹਨੂੰ ਮਹਾਰਾਜ ਕਹਿੰਦੇ ਆ ਧੁਨ ਮੇ ਧਿਆਨ, ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ। ਜਿਹੜੇ ਧੁਨ ਵਿੱਚ, ਆਵਾਜ਼ ਵਿੱਚ ਧਿਆਨ ਰੱਖਦੇ ਨੇ ਗੁਰਮੁਖ ਜਨ, ਉਹ ਗੁਰਮੁਖ ਜਨ ਫਿਰ ਧਿਆਨ ਦੀ ਅਵਸਥਾ ਦੇ ਵਿੱਚ ਪਹੁੰਚਦੇ ਆ, ਜਿੱਥੇ ਸਿਰਫ ਸੁਰਤੀ ਨੂੰ ਨਾਮ ਦੇ ਵਿੱਚ ਲਗਾਉਣਾ ਹੁੰਦਾ, ਅੰਤਰਗਤ ਜੋ ਸਹਿਜ ਧੁਨ ਚੱਲ ਰਹੀ ਆ, ਅਤੇ ਉਸ ਦੇ ਵਿੱਚ ਸਮਾਉਣਾ ਹੁੰਦਾ। ਜਿੰਨਾ ਚਿਰ ਤੱਕ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਸਾਡਾ ਸਰੀਰ ਕੰਮ ਕਰ ਰਿਹਾ, ਅਤੇ ਅਸੀਂ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਸਰੀਰ ਨੂੰ ਤੱਜਣਾ, ਸਰੀਰ ਤੋਂ ਉੱਪਰ ਉੱਠਣਾ। ਕੀ ਕਹਿੰਦੇ ਆ ਕਿ ਨਾਮ ਨਹੀਂ ਜਪਣਾ ਜੀ, ਕਿ ਧਿਆਨ ਦੇ ਵਿੱਚ ਹੀ ਬੈਠੋ ਸਿੱਧਾ। ਜਿਹੜਾ ਆਮ ਵਿਅਕਤੀ ਆ ਉਹ ਕਦੇ ਵੀ ਧਿਆਨ ਦੇ ਵਿੱਚ ਸਿੱਧਾ ਨਹੀਂ ਬੈਠ ਸਕਦਾ, ਕਿ ਧਿਆਨ ਲਾ ਦਿੱਤਾ, ਫਰਜ਼ ਕੀਤਾ ਬ੍ਰਹਮ ਜੋਤ ਦੇ ਵਿੱਚ, ਉਹਦੇ ਬਾਰੇ ਵੀ ਥੋੜ੍ਹੀ ਵਿਚਾਰ ਕਰਾਂਗੇ ਅੱਜ। ਅਤੇ ਸਿਰਫ ਧਿਆਨ ਦੇ ਵਿੱਚ ਬੈਠੇ ਹਾਂ ਅਤੇ ਗੁਰਮੰਤਰ ਦਾ ਇਸਤੇਮਾਲ ਨਹੀਂ ਕਰ ਰਹੇ, ਆਮ ਵਿਅਕਤੀ ਇੱਦਾਂ ਕਰ ਨਹੀਂ ਸਕਦਾ। ਜੇਕਰ ਅਸੀਂ ਸਹੀ ਤਰੀਕੇ ਨਾਲ ਅਭਿਆਸ ਨਹੀਂ ਕਰਦੇ, ਸਾਡਾ ਜਿਹੜਾ ਦਿਮਾਗ ਦਾ ਸੰਤੁਲਨ ਵਿਗੜ ਸਕਦਾ। ਅਤੇ ਜਿਹੜਾ ਮਨ ਆਪਣਾ ਸੰਤੁਲਨ ਵਿਗਾੜ ਲਵੇ ਸ਼ਬਦ ਦੁਆਰਾ, ਕੋਈ ਡਾਕਟਰ ਨਹੀਂ ਇਸ ਧਰਤੀ 'ਤੇ ਜਿਹੜਾ ਉਸ ਦਾ ਮੁੜ ਕੇ ਇਲਾਜ ਕਰ ਸਕਦਾ। ਤਾਂ ਜ਼ਰੂਰੀ ਹੁੰਦਾ ਕਿ ਜਦੋਂ ਅਸੀਂ ਅਭਿਆਸ ਕਰਨਾ, ਅਸੀਂ ਸਹੀ ਤਰੀਕੇ ਨੂੰ ਅਪਣਾਉਣਾ, ਸਹਿਜ ਨਾਲ ਚੱਲਣਾ, ਇਸ ਤਰੀਕੇ ਦੇ ਨਾਲ ਕਿ ਸਾਨੂੰ ਪਤਾ ਹੋਵੇ ਕਿ ਕਿਵੇਂ ਕਿਵੇਂ ਅਸੀਂ ਪਰਮਾਤਮਾ ਤੱਕ ਪਹੁੰਚਣਾ। ਉਸ ਦੇ ਲਈ ਸਾਨੂੰ ਗੁਰਬਾਣੀ ਦੀ ਖੋਜ ਕਰਨੀ ਪੈਂਦੀ ਆ, ਜਾਂ ਜਿੱਥੇ ਸਾਨੂੰ ਸੰਗਤ ਮਿਲੇ ਗੁਰਸਿੱਖਾਂ ਦੀ, ਜਿਨ੍ਹਾਂ ਨੇ ਖੋਜ ਕੀਤੀ ਹੋਈ ਆ, ਪੂਰੀ ਖੋਜ, ਉਹਨਾਂ ਦੀ ਸੰਗਤ ਕਰਨੀ ਪੈਂਦੀ ਆ। ਉਹ ਫਿਰ ਸਾਨੂੰ ਗਾਈਡੈਂਸ ਦੇ ਦਿੰਦੇ ਆ। ਜਿਹੜੇ ਅਸਲੀ ਸੰਤ ਮਹਾਂਪੁਰਖ ਹਨ, ਭਗਤ ਜਾਣਿਆ, ਸਾਧੂ ਜਾਣਿਆ, ਉਹ ਗੁਰਬਾਣੀ ਦੇ ਵਿਚਾਰ ਇਸ ਤਰੀਕੇ ਨਾਲ ਕਰਦੇ ਪੂਰੀ ਤਰ੍ਹਾਂ। ਉਹਨਾਂ ਨੇ 1430 ਅੰਗ ਮਹਾਰਾਜ ਦੇ ਵਿਚਾਰੇ ਹੁੰਦੇ ਆ, ਉਹਨਾਂ ਨੇ ਆਪ ਪ੍ਰੈਕਟੀਕਲ ਕੀਤਾ ਹੁੰਦਾ ਆ। ਉਹਨਾਂ ਦੀ ਜੇ ਸੰਗਤ ਮਿਲ ਜਾਏ, ਉਹ ਫਿਰ ਆਪ ਸਾਨੂੰ ਨਾਮ ਜਪਾਉਂਦੇ ਆ, ਅਤੇ ਸਾਨੂੰ ਪੰਜ ਪਿਆਰਿਆਂ ਕੋਲ ਭੇਜ ਕੇ ਸਾਨੂੰ ਇਹੀ ਪ੍ਰੇਰਨਾ ਹਮੇਸ਼ਾ ਕਰਦੇ ਆ ਕਿ ਤੁਸੀਂ ਗੁਰੂ ਵਾਲੇ ਬਣੋ, ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਿੱਖ ਬਣੋ। ਇਹ ਹੁੰਦੀ ਹੈ ਗੁਰਸਿੱਖ ਦੀ ਡਿਊਟੀ, ਕਿ ਆਪ ਜਪਣਾ ਅਤੇ ਦੂਜਿਆਂ ਨੂੰ ਜਪਾਉਣਾ, ਅਤੇ ਹਰੇਕ ਨੂੰ ਪ੍ਰੇਰਿਤ ਕਰਨਾ ਕਿ ਤੁਸੀਂ ਅੰਮ੍ਰਿਤਧਾਰੀ ਗੁਰਸਿੱਖ ਬਣੋ। ਹੁਣ
ਜਦੋਂ ਅਸੀਂ ਸੁਣ ਵਿੱਚ ਜਾਂਦੇ ਹਾਂ, ਸਾਡੇ ਅੰਦਰ ਅਨਹਦ ਸ਼ਬਦ ਜਿਹੜੇ ਆ ਉਹ ਪ੍ਰਗਟ ਹੋ ਜਾਂਦੇ ਆ, ਸਾਨੂੰ ਅੰਦਰੋਂ ਆਵਾਜ਼ ਆਉਣ ਲੱਗ ਪੈਂਦੀ ਆ। ਅਤੇ ਆਵਾਜ਼ ਜਦੋਂ ਆਉਣ ਲੱਗ ਪੈਂਦੀ ਆ ਅਤੇ ਜਿਹੜੇ ਗੁਰਮੁਖ ਜਾਣੇ ਆ, ਕਈ ਉਸ ਤੱਕ ਸੀਮਤ ਰਹਿ ਜਾਂਦੇ, ਕਈ ਤੋਂ ਸਹਿਜ ਧੁਨ ਤੱਕ ਨਹੀਂ ਉੱਪੜ ਹੁੰਦਾ। ਕਈ ਕਹਿ ਦਿੰਦੇ ਆ ਕਿ ਸਹਿਜ ਧੁਨ ਜਿਹੜੀ ਆ ਉਹ ਮੈਨੂੰ ਸੁਣਦੀ ਨਹੀਂ, ਮੈਨੂੰ ਸਿਰਫ ਬਾਹਰਲੀਆਂ ਆਵਾਜ਼ਾਂ ਹਜੇ ਸੁਣਦੀਆਂ। ਜਿਵੇਂ ਕਈ ਕਹਿਣ ਲੱਗ ਪੈਂਦਾ ਕਿ ਮੈਨੂੰ ਇੱਦਾਂ ਲੱਗਦਾ ਜਿਵੇਂ ਬੀਂਡੇ ਵੱਜਦੇ ਆ, ਚਿੜੀਆਂ ਚੁੱਕਦੀਆਂ, ਪਰ ਉਹ ਸਹਿਜ ਧੁਨ ਜਿਹੜੀ ਇੱਕ ਰਸ ਲਗਾਤਾਰ ਆਵਾਜ਼ ਜਿਹੜੀ ਸੁਣ ਵਿੱਚ ਚੱਲ ਰਹੀ ਆ, ਉਹ ਪਕੜ ਨਹੀਂ ਹੋ ਰਹੀ। ਜਦੋਂ ਅਸੀਂ ਅਭਿਆਸ ਕਰਦੇ ਹਾਂ ਅਤੇ ਧਿਆਨ ਨਾਲ ਸਰਵਣ ਕਰਨ ਲੱਗ ਪੈਂਦੇ ਅਨਹਦ ਸ਼ਬਦਾਂ ਨੂੰ, ਜਿਉਂ-ਜਿਉਂ ਸਾਡੀ ਸੁਰਤੀ ਪਾਉਣ ਤੋਂ ਵੱਖ ਹੁੰਦੀ ਜਾਂਦੀ ਹੈ ਅਤੇ ਸਾਡੀ ਸੁਰਤੀ ਜ਼ਿਆਦਾ ਸੈਂਟਰ ਹੁੰਦੀ ਹੈ ਸਾਡੇ ਸਰੀਰ ਵਿੱਚ, ਉਹ ਸਹਿਜ ਧੁਨ ਜਿਹੜੀ ਆ ਸਾਡੀ ਸੁਰਤੀ ਫਿਰ ਪਕੜਨ ਲੱਗ ਪੈਂਦੀ ਹੈ, ਉਹ ਸਾਨੂੰ ਸੁਣਾਈ ਦੇਣ ਲੱਗ ਪੈਂਦੀ ਹੈ। ਹੁਣ ਗੁਰਮੁਖ ਜਨ ਜਿਹੜੇ ਆ, ਜਦੋਂ ਉਹ ਇੱਦਾਂ ਅਭਿਆਸ ਕਰਦੇ ਆ, ਇੱਥੇ ਫਿਰ ਦੋ ਰਾਹ ਬਣ ਜਾਂਦੇ ਆ ਅੰਤਰਗਤ ਕਿ ਕਿਵੇਂ ਅਸੀਂ ਪਰਮਾਤਮਾ ਤੱਕ ਪਹੁੰਚਣਾ। ਇੱਕ ਹੈਗਾ ਬਹੁਤ ਸੌਖਾ ਤਰੀਕਾ, ਉਹ ਹੈ ਕਿ ਵਾਰ-ਵਾਰ ਤੁਸੀਂ ਸੁਣ 'ਚ ਜਾਣਾ, ਵਾਰ-ਵਾਰ ਸੁਣ ਵਿੱਚ ਜਾਣਾ, ਸੁਣ ਵਿੱਚ ਸਮਾਈ ਜਾਣਾ, ਅਤੇ ਪਰਮਾਤਮਾ ਆਪ ਹੀ ਅੰਦਰੋਂ ਕਿਰਪਾ ਕਰਦੇ ਆ, ਉਹ ਧੁਨ ਨੂੰ ਅੰਦਰੋਂ ਉਤਪੰਨ ਕਰਕੇ ਉਹ ਤੁਹਾਨੂੰ ਮਹਿਲ ਵਿੱਚ ਬੁਲਾ ਲੈਂਦੇ ਆ। ਜਿਹਨੂੰ ਮਹਾਰਾਜ ਨੇ ਦੱਸਿਆ ਹੋਇਆ ਗੁਰਬਾਣੀ ਦੇ ਵਿੱਚ ਕਿ ਜਿਹੜਾ ਗੁਰਮੁਖ ਆ ਉਹ ਅਭਿਆਸ ਕਰਦਾ ਆ ਇਸ ਤਰੀਕੇ ਦੇ ਨਾਲ ਕਿ ਅੰਦਰੋਂ ਉਹ ਜਾਗਤ ਅਵਸਥਾ ਨੂੰ ਹਾਸਲ ਕਰ ਲੈਂਦਾ ਜਦੋਂ ਧੁਨ ਉਤਪੰਨ ਹੁੰਦੀ, ਜਿਹਨੂੰ ਮਹਾਰਾਜ ਕਹਿੰਦੇ ਆ ਧੁਨ ਉਪਜੈ ਸ਼ਬਦ ਜਗਾਇਆ। ਜਦੋਂ ਅਸੀਂ ਅਭਿਆਸ ਕਰ ਰਹੇ ਹਾਂ ਗੁਰਮੰਤਰ ਦਾ, ਅਸੀਂ ਕੋਸ਼ਿਸ਼ ਇਹ ਕਰਨੀ ਹੁੰਦੀ ਹੈ ਕਿ ਵਿਚਾਰਾਂ ਤੋਂ ਰਹਿਤ ਹੋ ਕੇ ਵਾਰ-ਵਾਰ ਸੁਣ 'ਚ ਜਾਈਏ। ਸੁਣ 'ਚ ਜਦੋਂ ਅਸੀਂ ਜਾਂਦੇ ਹਾਂ ਤਾਂ ਮਹਾਰਾਜ ਆਪ ਹੀ ਕਿਰਪਾ ਕਰਦੇ ਆ, ਅੰਦਰੋਂ ਨਾਦ ਪ੍ਰਗਟ ਹੋ ਜਾਂਦਾ ਜਾਂ ਸਹਿਜ ਧੁਨ ਪ੍ਰਗਟ ਹੁੰਦੀ ਆ, ਅਤੇ ਉਹ ਫਿਰ ਸਾਡਾ ਮਨ ਆਟੋਮੈਟਿਕ ਉਹਦੇ ਵਿੱਚ ਸਮਾਉਣ ਲੱਗ ਪੈਂਦਾ। ਇਹ ਹੈ ਸਾਰਿਆਂ ਨਾਲੋਂ ਸੌਖਾ ਤਰੀਕਾ। ਇਸ ਉਪਰੰਤ ਕਈ ਹੈਗੇ ਗੁਰਮੁਖ ਜਨ ਜਿਹੜੇ ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ ਉਹ ਸੁਣ ਵਿੱਚ ਵਾਰ-ਵਾਰ ਸਮਾ ਜਾਂਦੇ ਆ। ਸਹਿਜ ਧੁਨ ਸੁਣਦੀ ਵੀ ਆ ਅਤੇ ਉਹਦੇ ਵਿੱਚ ਸਮਾ ਨਹੀਂ ਉਹਨਾਂ ਤੋਂ ਹੁੰਦਾ, ਅਤੇ ਉਹ ਪਿੱਛਾ ਕਰਨ ਦੀ ਕੋਸ਼ਿਸ਼ ਤਾਂ ਕਰਦੇ ਆ। ਅਤੇ ਮਹਾਰਾਜ ਨੇ ਫਿਰ ਸਾਨੂੰ ਦੱਸਿਆ ਕਿ ਇੱਕ ਵਿਧੀ ਤੁਸੀਂ ਅਪਣਾ ਸਕਦੇ ਆ, ਉਹ ਹੈ ਉਪਜੈ ਸਹਿਜ, ਅਰਥਾਤ ਕਿ ਸਹਿਜ ਧੁਨ ਉਤਪੰਨ ਹੋ ਗਈ, ਗਿਆਨ ਮਤ ਜਾਗੈ, ਗੁਰਪ੍ਰਸਾਦ ਅੰਤਰ ਲਿਵ ਲਾਗੈ। ਉੱਥੇ ਕੀ ਕਰਨਾ ਹੈ ਕਿ ਜਦੋਂ ਸੁਣ ਵਿੱਚ ਅਸੀਂ ਬੈਠਦੇ ਹਾਂ, ਸਹਿਜ ਉਤਪੰਨ ਹੋ ਗਈ, ਸਹਿਜ ਧੁਨ ਪ੍ਰਗਟ ਹੋ ਗਈ, ਗਿਆਨ ਦੀ ਮੱਤ ਦੁਆਰਾ ਆਪਣੇ ਆਪ ਨੂੰ ਜਗਾ ਕੇ ਰੱਖਣਾ ਹੈ। ਫਿਰ ਮਹਾਰਾਜ ਕਹਿੰਦੇ ਆ ਗੁਰਪ੍ਰਸਾਦ ਅੰਤਰ ਲਿਵ ਲਾਗੈ। ਪਰ ਇਹ ਵਿਧੀ ਇਹ ਦੂਜਾ ਟੈਕਨੀਕ ਆ ਜਿਹੜਾ ਦੱਸਿਆ ਸੀ ਕਿ ਦੋ ਤਰੀਕੇ ਬਣ ਜਾਂਦੇ ਆ। ਪਹਿਲਾ ਤਾਂ ਹੈਗਾ ਸੇਫ, ਵਾਰ-ਵਾਰ ਸੁਣ ਵਿੱਚ ਜਾਣਾ। ਜਿਹੜਾ ਦੂਜਾ ਤਰੀਕਾ ਹੈ ਕਿ ਸਹਿਜ ਧੁਨ ਉਤਪੰਨ ਹੋ ਗਈ, ਉਹਦੇ ਵਿੱਚ ਸਮਾਉਣ ਵਾਸਤੇ ਤੁਸੀਂ ਚਾਹੁੰਦੇ ਆ ਕਿ ਪ੍ਰਮਾਤਮਾ ਨਾਲ ਮਿਲਾਪ ਹੋਵੇ, ਆਪਣੇ ਆਪ ਨੂੰ ਜਗਾ ਕੇ ਰੱਖਣਾ ਗਿਆਨ ਦੁਆਰਾ, ਅਰਥਾਤ ਕਿ ਸੁਣ ਵਿੱਚ ਸਮਾਉਣਾ ਨਹੀਂ। ਇਹ ਉਹੀ ਕਰ ਸਕਦਾ ਜਿਹੜਾ ਆਲਰੇਡੀ ਅਨਹਦ ਸ਼ਬਦਾਂ ਨੂੰ ਸੁਣਦਾ ਸੁਣਦਾ ਸੁਣ ਵਿੱਚ ਸਮਾਉਂਦਾ ਹੋਵੇ। ਜੇਕਰ ਕੋਈ ਜੀਵ ਆਪਣੇ ਆਪ ਨੂੰ ਜਗਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਅਤੇ ਉਹ ਸੁਣ ਵਿੱਚ ਪੂਰੀ ਤਰ੍ਹਾਂ ਸਮਾਉਂਦੇ ਨਹੀਂ, ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ, ਜਿਹੜੇ ਰੈਗੂਲਰ ਅਨਹਦ ਸ਼ਬਦ ਸੁਣਦੇ ਆ, ਕੀ ਹੁੰਦਾ ਹੈ ਕਿ ਉਹ ਜੀਵ ਦਾ ਜਿਹੜਾ ਦਿਮਾਗ ਆ ਉਹ ਲੋਡ ਮੰਨੂਗਾ ਅਤੇ ਨੀਂਦ ਜਿਹੜੀ ਆ ਉੜ ਸਕਦੀ ਹੈ। ਜੇ ਨੀਂਦ ਉੜ ਜਾਏ ਤਾਂ ਫਿਰ ਵੀ ਜਿਹੜੇ ਦਿਮਾਗ ਦੇ ਸੈੱਲ ਆ ਉਹ ਕਮਜ਼ੋਰ ਹੋ ਜਾਣਗੇ, ਕਿਉਂਕਿ ਇਸ ਮਨ ਨੂੰ ਰੈਸਟ ਨਹੀਂ ਮਿਲਦੀ ਅਤੇ ਫਿਰ ਵੀ ਸੰਤੁਲਨ ਵਿਗੜ ਸਕਦਾ। ਸੋ ਸਾਰਿਆਂ ਨਾਲੋਂ ਸੌਖਾ ਤਰੀਕਾ ਤਾਂ ਇਹ ਕਿ ਵਾਰ-ਵਾਰ ਸੁਣ 'ਚ ਜਾਈ ਜਾ। ਸੁਣ ਉਹੀ ਹੈ ਜਿੱਥੇ ਅਸੀਂ ਜਾ ਕੇ ਸਮਝਦੇ ਕਿ ਅਸੀਂ ਸੌਂ ਗਏ, ਅਭਿਆਸ ਕਰਦੇ ਕਰਦੇ ਉਸ ਅਵਸਥਾ ਦੇ ਵਿੱਚ ਵਾਰ-ਵਾਰ ਜਾਣਾ। ਇਹ ਸਾਰਿਆਂ ਨਾਲੋਂ ਸੌਖਾ ਤਰੀਕਾ ਹੈ। ਦੂਜਾ ਹੈਗਾ ਕਿ ਸਹਿਜ ਧੁਨ ਉਤਪੰਨ ਹੋ ਗਈ, ਸਹਿਜ ਧੁਨ ਉਤਪੰਨ ਹੋ ਗਈ, ਉਹਦੇ ਵਿੱਚ ਸਮਾਉਣਾ ਚਾਹੁੰਦੇ ਅਸੀਂ ਆਪ, ਅਤੇ ਉਹ ਫਿਰ ਆਪਣੇ ਆਪ ਨੂੰ ਜਗਾ ਕੇ ਰੱਖਣਾ ਹੁੰਦਾ ਗਿਆਨ ਦੀ ਮੱਤ ਦੇ ਕੇ। ਅਤੇ ਜਦੋਂ ਉਹ ਸਹਿਜ ਧੁਨ ਨਾਦ ਦਾ ਰੂਪ ਧਾਰਨ ਕਰਦੀ, ਫਿਰ ਨਾਦ ਤੋਂ ਬਾਅਦ ਤੂਰ ਬਣਦਾ ਆ, ਸਾਡੀ ਸੁਰਤੀ ਉਹਦੇ ਵਿੱਚ ਸਮਾ ਜਾਊਗੀ। ਪਰ ਇਹ ਜਿਹੜਾ ਦੂਜਾ ਤਰੀਕਾ ਹੈ ਉਹੀ ਅਪਣਾਏ ਜਿਹੜਾ ਆਲਰੇਡੀ ਸੁਣ ਵਿੱਚ ਸਮਾਉਂਦਾ ਹੋਵੇ ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ।
ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਇਹੀ ਜਿਹੜੇ ਸਹਿਜ ਧੁਨ ਆ, ਪਹਿਲਾਂ ਸਾਨੂੰ ਇਹ ਬਰੀਕ ਆਵਾਜ਼ ਸੁਣਦੀ ਹੈ, ਜਿਵੇਂ ਜਿਵੇਂ ਸੀਟੀ ਚੱਲਦੀ ਹੁੰਦੀ ਹੈ, ਬਹੁਤ ਤਿੱਖੀ ਆਵਾਜ਼। ਜਦੋਂ ਅਸੀਂ ਇਸ ਨੂੰ ਸੁਣਦੇ ਹਾਂ, ਇਹ ਆਵਾਜ਼ ਸਹਿਜੇ ਸਹਿਜੇ ਭਾਰੀ ਹੋ ਜਾਂਦੀ ਹੈ। ਕਈ ਵਾਰੀ ਹੁੰਦਾ ਹੈ ਕਿ ਜਦੋਂ ਤੁਸੀਂ ਸੁਣ 'ਚ ਸਮਾ ਜਾਂਦੇ ਆ, ਸਹਿਜ ਧੁਨ ਬਰੀਕ ਨਹੀਂ ਸੁਣਦੀ, ਸਾਨੂੰ ਸਿੱਧਾ ਹੀ ਭਾਰੀ ਆਵਾਜ਼ ਸੁਣਦੀ ਹੈ, ਨਾਦ ਜਿਹਨੂੰ ਕਹਿ ਦਿੱਤਾ ਹੈ। ਇਹੀ ਸਹਿਜ ਧੁਨ ਨਾਦ ਦਾ ਰੂਪ ਧਾਰਨ ਕਰਦੇ ਆ, ਅਤੇ ਫਿਰ ਕੀ ਹੁੰਦਾ ਹੈ ਕਿ ਇਹੀ ਨਾਦ ਤੂਰ ਬਣ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾਂ ਕਿ ਅਨਹਦ ਤੂਰਾ, ਕਿ ਜਿਹਦਾ ਸਤਿਗੁਰ ਪੂਰਾ ਆ ਉਹਦੇ ਅੰਦਰ ਤੂਰ ਦੀ ਆਵਾਜ਼ ਪ੍ਰਗਟ ਹੁੰਦੀ ਆ। ਹੁਣ ਮਹਾਰਾਜ ਨੇ ਜਿਹੜਾ ਸਾਨੂੰ ਰਾਹ ਸਮਝਾਇਆ ਹੋਇਆ, ਇਸ ਉਪਰੰਤ ਸਾਨੂੰ ਦੱਸਿਆ ਹੋਇਆ ਕਿ ਇੱਕ ਹੋਰ ਵੀ ਵਿਧੀ ਹੈ ਜਿਸ ਦੁਆਰਾ ਅਸੀਂ ਧਿਆਨ ਦੇ ਵਿੱਚ ਸਿੱਧਾ ਜਾ ਸਕਦੇ ਹਾਂ, ਪਰ ਉਹਦੀ ਕੋਈ ਮਰਿਆਦਾ ਆ ਕਿ ਕਿਵੇਂ ਉਸ ਮੁਤਾਬਕ ਚੱਲਣਾ। ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਆ ਕਿ ਹਰੇਕ ਜੀਵ ਨੂੰ ਇੱਥੇ ਕੁੰਜੀਆਂ ਦਿੱਤੀਆਂ ਹੋਈਆਂ ਆ ਕਿ ਅਸੀਂ ਪਾਉਣ ਦਾ ਇਸਤੇਮਾਲ ਕਰਕੇ ਆਪਣੇ ਘਰ ਵਿੱਚ ਪ੍ਰਵੇਸ਼ ਹੋਣਾ, ਜਿਹਨੂੰ ਮਹਾਰਾਜ ਕਹਿੰਦੇ ਆ ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਨੂਪ ਵਿੱਚ ਪਾਈ, ਕੁੰਜੀ ਕੁਲਫ ਪ੍ਰਾਨ ਕਰ ਰਾਖਿਆ, ਕਰਤਾ ਬਾਰ ਨਾ ਲਾਈ। ਕਿ ਸਾਡੇ ਦਸਮ ਦੁਆਰ ਨੂੰ ਪਾਉਣ ਦਾ ਜਿਹੜਾ ਜਿੰਦਰਾ ਲੱਗਾ ਹੋਇਆ ਆ, ਪਾਉਣ ਦੀ ਚਾਬੀ ਦੁਆਰਾ ਅਸੀਂ ਉਸ ਨੂੰ ਖੋਲ੍ਹਣਾ ਹੈ, ਅਤੇ ਉਹ ਪਾਉਣ ਸਾਨੂੰ ਇੱਕ ਕੁੰਜੀ ਦਿੱਤੀ ਹੋਈ ਹੈ ਜਿਸ ਦੁਆਰਾ ਅਸੀਂ ਗੁਰਮੰਤਰ ਦਾ ਅਭਿਆਸ ਕਰਨਾ, ਜਿਹਨੂੰ ਮਾਰੇ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਕਿ ਅਸੀਂ ਵਿਅਰਥ ਨਹੀਂ ਗਵਾਉਣਾ ਆਪਣਾ ਸਵਾਸ। ਅਸੀਂ ਇਸ ਦੇ ਨਾਲ ਨਾਮ ਜਪ ਕੇ, ਨਾਮ ਦੀ ਮੋਹਰ ਲਾ ਕੇ ਹਰੇਕ ਸਵਾਸ 'ਤੇ ਅਸੀਂ ਆਪਣੇ ਘਰ ਵਿੱਚ ਪ੍ਰਵੇਸ਼ ਹੋਣਾ। ਜਿਹੜੀ ਕੁੰਜੀ ਇਸ ਤੋਂ ਬਾਅਦ ਮਹਾਰਾਜ ਗੱਲ ਕਰਦੇ ਆ ਕਿ ਸਾਨੂੰ ਪ੍ਰਾਪਤ ਹੁੰਦੀ ਆ, ਉਹ ਹੈ ਅਨਹਦ ਬਾਣੀ ਦੀ। ਉਹ ਸੰਤਾਂ ਦੀ ਸੰਗਤ ਕਰਕੇ, ਗੁਰਸਿੱਖਾਂ ਦੀ ਸੰਗਤ ਕਰਕੇ ਅਸੀਂ ਉਹ ਹਾਸਲ ਕਰ ਸਕਦੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਸੰਤ ਜਨ ਉਹਨਾਂ ਨੂੰ ਇਲਾਕਾ ਸੌਂਪਿਆ ਹੋਇਆ ਅਨਹਦ ਸ਼ਬਦਾਂ 'ਤੇ ਉਹਨਾਂ ਦਾ ਵਾਸਾ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਤਹਿ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ, ਕਿ ਜਿੱਥੇ ਵੱਖ ਵੱਖ ਕਿਸਮ ਦੇ ਨਾਦ ਚੱਲ ਰਹੇ ਆ, ਅਨਹਦ ਸ਼ਬਦ ਚੱਲ ਰਹੇ ਆ, ਉੱਥੇ ਸੰਤਾਂ ਦਾ ਵਾਸਾ ਹੁੰਦਾ, ਉਹਨਾਂ ਦੇ ਮਨ ਦਾ। ਉਸ ਇਲਾਕੇ ਨੂੰ ਅਨਹਦ ਸ਼ਬਦ ਜਿੱਥੇ ਚੱਲਦੇ ਆ, ਉਸ ਇਲਾਕੇ ਨੂੰ ਜਿਹੜੀ ਕੁੰਜੀ ਆ ਉਹ ਸੰਤਾਂ ਦੇ ਹੱਥ ਆ। ਜਿਹੜਾ ਜਗਿਆਸੂ ਸੰਗਤ ਕਰਦਾ ਆ, ਗੁਰਸਿੱਖਾਂ ਦੀ ਸੰਗਤ ਕਰਦਾ, ਉਸ ਅਵਸਥਾ 'ਤੇ ਜਿਹੜੇ ਗੁਰਸਿੱਖ ਪਹੁੰਚੇ ਹੁੰਦੇ ਆ, ਉਹ ਦੂਜੇ ਨੂੰ ਵੀ ਉਸ ਇਲਾਕੇ ਦੇ ਵਿੱਚ ਲੈ ਜਾਂਦੇ ਆ, ਸਾਸ ਗ੍ਰਾਸ ਸਿਮਰਨ ਕਰਾ ਕੇ, ਵਿਧੀ ਇਸਤੇਮਾਲ ਕਰਕੇ ਅਤੇ ਸਮਝਾ ਕੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪਹਿਲਾਂ ਇਹ ਜਗਿਆਸੂ ਜਿਹੜਾ ਸੁਣ 'ਚ ਸਮਾਵੇ। ਫਿਰ ਸੰਤ ਜਨ, ਗੁਰਮੁਖ ਜਨ ਜਿਹੜੇ ਨਾਮ ਜਪਾਉਂਦੇ ਆ, ਉਹਨਾਂ ਨੇ ਹਮੇਸ਼ਾ ਹੀ ਜਗਿਆਸੂ ਨੂੰ ਪ੍ਰੇਰਿਤ ਕਰਨਾ ਆ ਕਿ ਤੁਸੀਂ ਗੁਰੂ ਵਾਲੇ ਬਣੋ, ਅਗਲੀ ਕੁੰਜੀ ਜਿਹੜੀ ਆ ਗੁਰੂ ਦੇ ਹੱਥ ਆ। ਇਹ ਹੈ ਮਰਿਆਦਾ। ਉਸ ਨੂੰ ਮਹਾਰਾਜ ਨੇ ਗੁਰਬਾਣੀ ਵਿੱਚ ਸਮਝਾਇਆ ਹੈ, ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਜਦੋਂ ਅਸੀਂ ਫਿਰ ਪੰਜ ਪਿਆਰਿਆਂ ਕੋਲ ਜਾਂਦੇ ਹਾਂ, ਆਹ ਹੈ ਹੁਣ ਪੁਰਾਤਨ ਮਰਿਆਦਾ। ਪੁਰਾਤਨ ਮਰਿਆਦਾ ਇਹ ਆ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬੰਨੀ, ਕਿ ਅਸੀਂ ਜਦੋਂ ਗੁਰੂ ਵਾਲੇ ਬਣਨਾ ਹੈ, ਅਸੀਂ ਪੰਜ ਪਿਆਰਿਆਂ ਦੇ ਰਾਹੀਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋਣਾ। ਜਦੋਂ ਅਸੀਂ ਪੰਜ ਪਿਆਰਿਆਂ ਕੋਲ ਜਾਂਦੇ ਹਾਂ, ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਭੇਜ ਦਿੱਤਾ ਕਿ ਉਹ ਗੁਰੂ ਰੂਪ ਹੁੰਦੇ ਆ। ਗੁਰੂ ਦੀ ਡਿਊਟੀ ਇਹ ਆ ਕਿ ਮਹਾਰਾਜ ਕਹਿੰਦੇ ਸੋ ਗੁਰ ਕਰੋ ਜੇ ਸੱਚ ਦ੍ਰਿੜਾਵੈ, ਅਕਥ ਕਥਾਵੈ ਸ਼ਬਦ ਮਿਲਾਵੈ, ਕਿ ਗੁਰੂ ਦੀ ਡਿਊਟੀ ਆ ਕਿ ਉਹਨੇ ਸੱਚ ਨੂੰ ਦ੍ਰਿੜ ਕਰਵਾਉਣਾ ਆ, ਸ਼ਬਦ ਨਾਲ ਸੁਰਤੀ ਜੋੜਨੀ ਹੈ ਅਤੇ ਅਕਥ ਦਾ ਭੇਦ ਦੇਣਾ। ਅਕਥ ਦਾ ਭੇਦ ਜਿਹੜਾ ਆ ਉਹ ਸਾਰੇ ਗੁਰਸਿੱਖ, ਗੁਰਮੁਖ, ਸਤਿਗੁਰੂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਵੀ ਆਪ ਦਿੰਦੇ ਆ। ਉਹ ਹੈ ਗੁਰਬਾਣੀ ਦੀ ਵਿਚਾਰ, ਜਿਹਨੂੰ ਮਹਾਰਾਜ ਕਹਿੰਦੇ ਆ ਗੁਰਮਤਿ ਵਿਚਾਰ ਅਕਥ ਕਥਾ ਆ, ਅਕਥ ਕਥੋ ਗੁਰਮਤਿ ਵਿਚਾਰ। ਸ਼ਬਦ ਨਾਲ ਉਹ ਸੁਰਤੀ ਕਿਵੇਂ ਪੰਜ ਪਿਆਰੇ ਫਿਰ ਜਗਿਆਸੂ ਦੀ ਮਿਲਾਉਂਦੇ ਆ, ਕੀ ਹੁੰਦਾ ਕਿ ਉਹ ਸਤਿਗੁਰ ਦਾ ਜਿਹੜਾ ਸੱਚ ਸਰੂਪ ਆ, ਜਿਹੜਾ ਪ੍ਰਕਾਸ਼ ਰੂਪ ਆ, ਉਸ ਦੇ ਸਨਮੁਖ ਜਗਿਆਸੂ ਨੂੰ ਕਰਦੇ ਆ।
ਪੁਰਾਤਨ ਇਹ ਮਰਿਆਦਾ ਸੀ ਕਿ ਜਿਹੜੇ ਪੰਜ ਪਿਆਰੇ ਸਨ ਉਹ ਜਗਿਆਸੂ ਨੂੰ ਦੇਖਦੇ ਸਨ ਕਿ ਇਸ ਦਾਤ ਦੇ ਕਾਬਲ ਹੈ ਕਿ ਨਹੀਂ, ਫਿਰ ਉਹਨੂੰ ਅੰਮ੍ਰਿਤ ਛਕਾਉਂਦੇ ਸੀ। ਜਗਿਆਸੂ ਨੂੰ ਉਹ ਦੇਖਦੇ ਸਨ ਕਿ ਇਹਨੇ ਅਭਿਆਸ ਕੀਤਾ ਹੈ ਕਿ ਨਹੀਂ। ਉਹਨਾਂ ਨੂੰ ਪਤਾ ਆ ਪੰਜ ਪਿਆਰਿਆਂ ਨੂੰ ਕਿ ਜਿਹੜਾ ਜਗਿਆਸੂ ਆ, ਜੋ ਅਗਲੀ ਕੁੰਜੀ ਉਹਨੂੰ ਸੌਂਪਣੀ ਆ, ਉਹ ਤਾਂ ਹੀ ਉਹਨੂੰ ਦੇਣੀ ਆ ਜੇ ਉਸ ਦੇ ਕਾਬਲ ਹੈ। ਕਿਉਂਕਿ ਜਿਵੇਂ ਅੱਗੇ ਵੀ ਵਿਚਾਰ ਕੀਤੀ, ਜੇ ਕੋਈ ਕਾਬਲ ਨਹੀਂ ਤਾਂ ਉਹ ਗਾਂ ਦੀ ਜਿਹੜੀ ਸਟੈਪ ਆ ਕੋਸ਼ਿਸ਼ ਕਰਦਾ ਲੈਣ ਦੀ, ਅਤੇ ਉਹਨਾਂ ਦਾ ਸੰਤੁਲਨ ਵਿਗੜ ਸਕਦਾ। ਤਾਂ ਪੰਜ ਪਿਆਰੇ ਸਹਿਜ ਨਾਲ ਵਾਚਦੇ ਆ ਕਿ ਇਹ ਜਿਹੜਾ ਜਗਿਆਸੂ ਹੈ ਇਸ ਲਈ ਤਿਆਰ ਹੈ ਕਿ ਨਹੀਂ। ਉਹ ਵਿਧੀ ਗੁਰਬਾਣੀ ਵਿੱਚ ਦੱਸੀ ਹੋਈ ਹੈ ਕਿਵੇਂ ਬ੍ਰਹਮ ਜੋਤ ਪ੍ਰਗਟ ਹੁੰਦੀ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਮਰਿਆਦਾ ਇਹ ਬੰਨੀ ਆ ਕਿ ਇਹ ਪੰਜ ਪਿਆਰੇ ਹੀ ਫਿਰ ਦੱਸਦੇ ਨੇ, ਜਿਹਨੂੰ ਮਹਾਰਾਜ ਕਹਿੰਦੇ ਆ ਗੁਰਬਾਣੀ ਦੇ ਵਿੱਚ ਉਹ ਵਿਧੀ ਕੀ ਆ। ਈੜਾ ਪਿੰਗਲਾ ਅਰ ਸੁਖਮਨਾ ਪੌਣੇ ਬੰਦ ਰਹਾਓਗੋ, ਚੰਦ ਸੂਰਜ ਦੋਇ ਸਮਕਰ ਰਾਖੋ, ਬ੍ਰਹਮ ਜੋਤ ਮਿਲ ਜਾਓਗੋ। ਕਿ ਚੰਦਰਮਾ ਅਤੇ ਸੂਰਜ ਸਮ ਹੋ ਜਾਣ, ਪੌਣ ਨੂੰ ਜਿੱਥੇ ਰੋਕਿਆ ਜਾਏ, ਈੜਾ ਪਿੰਗਲਾ ਅਤੇ ਸੁਖਮਨਾ ਦਾ ਜਿੱਥੇ ਮਿਲਾਪ ਹੁੰਦਾ ਆ, ਅਤੇ ਬ੍ਰਹਮ ਜੋਤ ਪ੍ਰਗਟ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਇਹ ਵਿਧੀ ਸਮਝਾ ਕੇ ਪੰਜ ਪਿਆਰੇ ਸਿੱਖ ਨੂੰ ਸਤਿਗੁਰ ਦੇ ਸੱਚ ਸਰੂਪ ਪ੍ਰਕਾਸ਼ ਰੂਪ ਦੇ ਸਨਮੁਖ ਕਰ ਦਿੰਦੇ ਆ। ਜਦੋਂ ਉਹ ਜਗਿਆਸੂ ਸਨਮੁਖ ਹੋ ਜਾਂਦਾ ਆ ਅਤੇ ਫਿਰ ਉਹ ਸਤਿਗੁਰ ਨੂੰ ਵੇਖ ਰਿਹਾ ਆ, ਅਤੇ ਸਤਿਗੁਰ ਕੀ ਕਰਦੇ ਆ, ਉਹਨਾਂ ਨੂੰ ਆਪਣੀ ਆਵਾਜ਼ ਸੁਣਾਈ ਦਿੰਦੇ ਆ, ਜਿਹਨੂੰ ਨਾਦ ਕਹਿ ਦਿੱਤਾ, ਜਿਹਨੂੰ ਨਾਮ ਕਹਿੰਦੇ ਆ ਗੁਰਬਾਣੀ ਵਿੱਚ। ਉਹੀ ਸੱਚਾ ਸ਼ਬਦ ਜਿਸ ਨੂੰ ਸਹਿਜ ਧੁਨ ਵੀ ਕਿਹਾ ਹੋਇਆ। ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਕਿ ਸਤਿਗੁਰ ਸਿੱਖ ਨੂੰ ਨਾਮ ਧਨ ਬਖਸ਼ਦੇ ਆ ਅਤੇ ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਹੈ। ਹੁਣ ਇਹ ਹੈ ਪ੍ਰੋਪਰ ਮਰਿਆਦਾ। ਫਿਰ ਪੰਜ ਪਿਆਰੇ ਸਾਨੂੰ ਇਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੰਦੇ ਆ, ਅਤੇ ਆਖਰੀ ਕੁੰਜੀ ਜਿਹੜੀ ਫਾਈਨਲ ਚਾਬੀ ਆ ਉਹ ਹੈ ਸਤਿਗੁਰੂ ਪਾਸ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ, ਜਿਹਨੂੰ ਮਹਾਰਾਜ ਕਹਿੰਦੇ ਆ ਸਤਿਗੁਰ ਹੱਥ ਕੁੰਜੀ, ਹੋਰਤ ਦਰ ਖੁੱਲ੍ਹੈ ਨਾਹੀ, ਗੁਰਪੂਰੈ ਭਾਗ ਮਿਲਾਵਣਿਆ। ਪੂਰੇ ਗੁਰੂ ਦੇ ਰਾਹੀਂ ਸਤਿਗੁਰ ਦੇ ਅਸੀਂ ਜਦੋਂ ਸਨਮੁਖ ਹੁੰਦੇ ਆ, ਸਤਿਗੁਰ ਸਾਨੂੰ ਉਹ ਕੁੰਜੀ ਆਖਰੀ ਜਿਹੜੀ ਆ ਸੌਂਪ ਦਿੰਦੇ ਆ। ਅਖੀਰਲੀ ਸਟੇਟ ਜਿਹੜੀ ਸਾਡੀ ਹੋਣੀ ਚਾਹੀਦੀ ਆ ਮਨ ਦੀ, ਅਖੀਰਲੀ ਅਵਸਥਾ ਇਹ ਆ ਕਿ ਸਾਡੀ ਜੋਤ ਫਿਰ ਉਸ ਪ੍ਰਕਾਸ਼ ਵਿੱਚ ਮਿਲ ਜਾਏ। ਉਹ ਕਿੱਥੇ ਜਾ ਕੇ ਮਿਲਦੀ ਆ ਸਾਡੀ ਜੋਤ ਪਰਮਾਤਮਾ ਨਾਲ? ਜਦੋਂ ਸਾਡਾ ਮਨ ਨਾਦ ਵਿੱਚ ਅੰਤਰਗਤ ਸਮਾ ਜਾਂਦਾ। ਹੁਣ ਇਹ ਹੈ ਮਰਿਆਦਾ। ਕਈ ਐਸੇ ਜੀਵ ਨੇ ਸੰਸਾਰ ਵਿੱਚ, ਕਿਉਂਕਿ ਪੰਜ ਪਿਆਰੇ ਦੱਸ ਦਿੰਦੇ ਆ ਕਿ ਇਹ ਜਿਹੜੀ ਵਿਧੀ ਆ ਇਹ ਬਾਹਰ ਨਹੀਂ ਦੱਸਣੀ ਹੁੰਦੀ। ਕਈ ਜਿਹੜੇ ਜਗਿਆਸੂ ਅਸਲ ਵਿੱਚ ਜਗਿਆਸੂ ਨਹੀਂ, ਉਹ ਸਿਰਫ ਵਿਧੀ ਹਾਸਲ ਕਰਨੀ ਚਾਹੁੰਦੇ ਸੀਗੇ। ਉਹਨਾਂ ਨੇ ਕੀ ਕੀਤਾ, ਵਿਧੀ ਦਾ ਇਸਤੇਮਾਲ, ਵਿਧੀ ਸਿੱਖ ਕੇ ਆਪ ਦੂਜਿਆਂ ਨੂੰ ਸਿੱਧਾ ਹੀ ਦੱਸਣ ਲੱਗ ਪਏ, ਅਰਥਾਤ ਕਿ ਗੁਰੂ ਦੀ ਮਰਿਆਦਾ ਭੰਗ ਕਰ ਦਿੱਤੀ। ਜਿਹੜਾ ਸੱਚ ਦੇ ਸਨਮੁਖ ਹੋ ਜਾਂਦਾ ਗੁਰਮੁਖ, ਉਹਨੇ ਫਿਰ ਅਭਿਆਸ ਇਸ ਤਰੀਕੇ ਨਾਲ ਕਰਨਾ ਹੁੰਦਾ ਕਿ ਧਿਆਨ ਦੀ ਅਵਸਥਾ ਦੇ ਵਿੱਚ ਸਿੱਧਾ ਗਿਆ, ਉਹ ਧਿਆਨ ਦੇ ਨਾਲ ਸੱਚ ਨੂੰ ਵੇਖ ਰਿਹਾ, ਅਤੇ ਫਿਰ ਉਹਦੀ ਸੁਰਤੀ ਅੰਤਰਗਤ ਪ੍ਰਵੇਸ਼ ਹੋ ਜਾਂਦੀ ਹੈ। ਉਹ ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਹੋਇਆ। ਹੁਣ ਜਿਹੜੇ ਜਨ ਆਪ ਹੀ ਸਿੱਧੀ ਇਹ ਵਿਧੀ ਦੱਸੀ ਜਾਂਦੇ ਲੋਕਾਂ ਨੂੰ, ਕਈ ਲੋਕਾਂ ਦੇ ਸੰਤੁਲਨ ਉਹਨਾਂ ਨੇ ਵਿਗਾੜ ਦਿੱਤੇ। ਉਹ ਫਿਰ ਕਈ ਗੁਰਮੁਖ ਜਨ ਮੋਗੇ ਆਏ ਅਤੇ ਕਹਿੰਦੇ ਕਿ ਫਲਾਣੇ ਦੀ ਸੁਰਤੀ ਜਿਹੜੀ ਆ ਉਸ ਇਹਦੇ ਜਿਹੜੇ ਦਿਮਾਗ ਦਾ ਸੰਤੁਲਨ ਵਿਗੜ ਗਿਆ। ਕਿਉਂ? ਕਿਉਂਕਿ ਉਹਨਾਂ ਨੂੰ ਜਿਹੜੇ ਸਮਝਾਉਣ ਵਾਲੇ ਸੀ ਉਹ ਸਿੱਧਾ ਹੀ ਬ੍ਰਹਮ ਜੋਤ ਦਾ ਦਰਸ਼ਨ ਕਰਾ ਰਹੇ ਸੀ, ਅਤੇ ਉਹਨਾਂ ਨੂੰ ਭੇਦ ਆਪ ਵੀ ਨਹੀਂ ਹੈਗਾ ਕਿ ਪ੍ਰਮਾਤਮਾ ਦੇ ਕਿਵੇਂ ਦਰਸ਼ਨ ਕਰਨੇ, ਪ੍ਰਮਾਤਮਾ ਦੇ, ਅਤੇ ਕਿਵੇਂ ਅਸੀਂ ਮਰਿਆਦਾ ਮੁਤਾਬਕ ਚੱਲਣਾ। ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਉਹਨਾਂ ਨੇ ਭੰਗ ਕੀਤੀ। ਹੁਣ ਜਿਹੜੇ ਅਸੀਂ ਪਹਿਲਾਂ ਦੋ ਤਰੀਕਿਆਂ ਦੀ ਗੱਲ ਕਰ ਰਹੇ ਸੀ ਕਿ ਜਦੋਂ ਅਸੀਂ ਸੁਣ ਵਿੱਚ ਸਮਾਉਂਦੇ ਹਾਂ,
ਇੱਕ ਤਾਂ ਹੈਗਾ ਕਿ ਅਸੀਂ ਪ੍ਰਮਾਤਮਾ ਨਾਲ ਮਿਲਾਪ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਵਾਰ-ਵਾਰ ਸੁਣ 'ਚ ਸਮਾਈਏ। ਦੂਜਾ ਹੈਗਾ ਸਹਿਜ ਧੁਨ ਉਤਪੰਨ ਹੋ ਜਾਏ ਅਤੇ ਫਿਰ ਧਿਆਨ ਦੁਆਰਾ ਉਸ ਦੇ ਵਿੱਚ ਧਿਆਨ ਲਾਈਏ ਅਤੇ ਉਨਾ ਚਿਰ ਅਸੀਂ ਆਪਣੇ ਆਪ ਨੂੰ ਸੁਣ 'ਚ ਸਮਾਉਣ ਨਹੀਂ ਦੇਣਾ ਜਿੰਨਾ ਚਿਰ ਤੱਕ ਅਸੀਂ ਉਸ ਸਹਿਜ ਧੁਨ ਨੂੰ ਨਾਦ ਦੇ ਰੂਪ ਦੇ ਵਿੱਚ ਨਹੀਂ ਪਕੜ ਲੈਂਦੇ। ਉਹ ਤਾਂ ਹੈਗਾ ਫਿਰ ਵੀ ਸੌਖਾ। ਜਿਹੜਾ ਸਿੱਧਾ ਹੁਣ ਪੰਜ ਪਿਆਰਿਆਂ ਕੋਲ ਜਾਂਦੇ ਆ ਉਹ ਵੀ ਦੇਖ ਲੈਂਦੇ ਕਿ ਇਹ ਸੰਤ ਪਦ 'ਤੇ ਪਹੁੰਚਿਆ ਗੁਰਮੁਖ ਕਿ ਨਹੀਂ, ਅਨਹਦ ਸ਼ਬਦਾਂ ਤੱਕ ਪਹੁੰਚਿਆ, ਅਭਿਆਸ ਕੀਤਾ ਕਿ ਨਹੀਂ। ਫਿਰ ਉਹ ਇਹ ਸੱਚ ਨੂੰ ਦੇਖਣ ਦੀ ਵਿਧੀ ਦੱਸਦੇ ਆ। ਜਿਹੜੇ ਗੁਰਮੁਖ ਨੇ ਬਾਹਰ ਬ੍ਰਹਮ ਜੋਤ ਦੇ ਦਰਸ਼ਨ ਕਰ ਲਏ ਉਹਨਾਂ ਨੂੰ ਸੌਖਾ ਹੋ ਜਾਂਦਾ ਆ ਨਾਦ ਤੱਕ ਪਹੁੰਚਣਾ। ਹੁਣ ਕਈਆਂ ਦੇ ਫਿਰ ਸਵਾਲ ਇਹ ਹੋ ਜਾਂਦਾ, ਕਹਿੰਦੇ ਕਿ ਸਾਨੂੰ ਪੂਰਨ ਪੰਜ ਪਿਆਰੇ ਨਹੀਂ ਮਿਲੇ ਕਿ ਅਸੀਂ ਉੱਥੇ ਤੱਕ ਪਹੁੰਚ ਨਹੀਂ ਸਕਦੇ। ਨਹੀਂ, ਤੁਸੀਂ ਵੀ ਪਹੁੰਚ ਸਕਦੇ ਆ। ਤੁਹਾਨੂੰ ਜਿਹੜੀ ਪਹਿਲੀ ਦੋ ਵਿਧੀਆਂ ਦੱਸੀਆਂ ਹੋਈਆਂ ਗੁਰਬਾਣੀ ਦੇ ਵਿੱਚ ਉਹ ਅਪਣਾਉਣੀਆਂ ਪੈਣੀਆਂ, ਕਿਉਂਕਿ ਪੰਜ ਪਿਆਰੇ ਸਾਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਲੈਂਦੇ ਆ। ਅਤੇ ਜਦੋਂ ਅਸੀਂ ਮਹਾਰਾਜ ਦੇ ਲੜ ਲੱਗ ਜਾਂਦੇ ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਉਹ ਵੀ ਫਿਰ ਅੰਦਰੋਂ ਸਾਨੂੰ ਉਹ ਨਾਦ ਸੁਣਾ ਦਿੰਦੇ ਆ ਅਤੇ ਫਿਰ ਉਹਦੇ ਵਿੱਚ ਸਮਾ ਕੇ ਅਸੀਂ ਉਹਨਾਂ ਨਾਲ ਭੇਟ ਕਰ ਸਕਦੇ ਹਾਂ। ਅਤੇ ਕਈ ਵਾਰੀ ਐਸਾ ਵੀ ਹੋਇਆ ਇਸ ਸੁਨਮੰਡਲ ਦੇ ਵਿੱਚ, ਕਈ ਵਾਰੀ ਪਰਮਾਤਮਾ ਕਿਸੇ ਨਾ ਕਿਸੇ ਗੁਰਮੁਖਾਂ ਦੇ ਰੂਪ ਦੇ ਵਿੱਚ ਜਾਂ ਕਿਸੇ ਨਾ ਕਿਸੇ ਵਿਧੀ ਨਾਲ ਉਹ ਕਿਵੇਂ ਬਾਹਰ ਵੀ ਦਰਸ਼ਨ ਕਰਨੇ ਉਹ ਵੀ ਸਮਝਾ ਦਿੰਦੇ ਆ। ਪਰ ਜਿਹੜਾ ਫਿਰ ਨਾਦ ਵਿੱਚ ਗੁਰਮੁਖ ਸਮਾ ਜਾਂਦਾ ਆ, ਸੱਚ ਦੇ ਦਰਸ਼ਨ ਕਰ ਲੈਂਦਾ, ਉਹਨੂੰ ਪੂਰਨ ਗਿਆਨ ਪ੍ਰਾਪਤ ਹੋ ਜਾਂਦਾ ਆ। ਹੁਣ ਜੇਕਰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਚੱਲਦੇ, ਜੇ ਇਸ ਮਰਿਆਦਾ ਮੁਤਾਬਕ ਨਹੀਂ ਚੱਲਦੇ ਅਤੇ ਸਿੱਧਾ ਇਹ ਸਾਨੂੰ ਕੋਈ ਕਹਿ ਦੇਵੇ ਕਿ ਮੈਂ ਤੈਨੂੰ ਪ੍ਰਕਾਸ਼ ਕਰਾ ਦੇਵਾਂ, ਤੁਸੀਂ ਸੁਚੇਤ ਰਹਿਣਾ ਆ। ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਨਹੀਂ ਕਿ ਅਸੀਂ ਕਿਸੇ ਵਿਅਕਤੀ ਕੋਲੋਂ ਪ੍ਰਕਾਸ਼ ਨੂੰ ਦੇਖੀਏ। ਜੋ ਮਹਾਰਾਜ ਨੇ ਮਰਿਆਦਾ ਤਿਆਰ ਕੀਤੀ ਆ ਉਹ ਇਹ ਆ ਕਿ ਉਹੀ ਜਿਹੜਾ ਅਧਿਕਾਰੀ ਆ ਉਹ ਦਿਖਾ ਸਕਦਾ। ਉਹ ਪੰਜ ਪਿਆਰੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਮਰਿਆਦਾ ਚਲਾਈ ਹੋਈ ਆ। ਅਤੇ ਕਈ ਐਸੇ ਜੀਵ ਨੇ ਸੰਸਾਰ ਵਿੱਚ ਉਹ ਦੂਜਿਆਂ ਨੂੰ ਪ੍ਰਕਾਸ਼ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਉਹਨਾਂ ਦਾ ਸੰਤੁਲਨ ਫਿਰ ਵਿਗਾੜ ਦਿੰਦੇ ਆ ਕਿਉਂਕਿ ਉਹਨਾਂ ਕੋਲ ਅਧਿਕਾਰ ਨਹੀਂ ਹੁੰਦਾ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਤਾਂ ਹੀ ਜਿਹੜਾ ਅਭਿਆਸ ਆ ਅਸੀਂ ਇਸ ਤਰੀਕੇ ਨਾਲ ਕਰਨਾ ਕਿ ਪ੍ਰੋਪਰ ਚੱਲੀਏ, ਸਟੈਪ ਬਾਏ ਸਟੈਪ। ਸੁਣ 'ਚ ਸਮਾਉਣਾ, ਅਨਹਦ ਸ਼ਬਦਾਂ ਨੂੰ ਸੁਣਦੇ ਫਿਰ ਸੁਣ 'ਚ ਸਮਾਉਣਾ, ਫਿਰ ਸਹਿਜ ਧੁਨ ਨੂੰ ਪਕੜਨਾ, ਫਿਰ ਉਸ ਤੋਂ ਬਾਅਦ ਅਸੀਂ ਅਗਾਂਹ ਜਾ ਸਕਦੇ ਉੱਥੇ ਤੱਕ ਜਿੱਥੇ ਫਿਰ ਪ੍ਰਕਾਸ਼ ਨੂੰ ਅੰਤਰਗਤ ਅਸੀਂ ਦੇਖਦੇ ਹਾਂ। ਜਿਹੜੇ ਗੁਰਮੁਖ ਜਨ ਬਾਹਰ ਬ੍ਰਹਮ ਜੋਤ ਦੇ ਦਰਸ਼ਨ ਕਰ ਲੈਂਦੇ ਆ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਕਿ ਅਸੀਂ ਜੀਵਨ ਮੁਕਤ ਉਦੋਂ ਹੋਣਾ ਆ ਜਦੋਂ ਉਹੀ ਪ੍ਰਕਾਸ਼ ਸਾਨੂੰ ਅੰਦਰ ਹੁੰਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਆ ਕਿ ਮਹਿਲ ਦੇ ਵਿੱਚ ਸਾਨੂੰ ਬੁਲਾਇਆ ਗਿਆ, ਖੋਲ੍ਹ ਕਿਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ। ਕਿ ਜਿਵੇਂ ਗੁਰੂ ਨੇ ਬਾਹਰ ਬ੍ਰਹਮ ਜੋਤ ਦੇ ਦਰਸ਼ਨ ਕਰਾਏ, ਇਵੇਂ ਹੀ ਜਦੋਂ ਮਹਿਲ ਦੇ ਵਿੱਚ ਜਗਿਆਸੂ ਨੂੰ ਬੁਲਾਇਆ ਗਿਆ ਅੰਤਰਗਤ, ਤਾਂ ਇਵੇਂ ਦਾ ਪ੍ਰਕਾਸ਼ ਅੰਤਰਗਤ ਆ। ਹੁਣ ਜਿੰਨਾ ਚਿਰ ਤੱਕ ਅਸੀਂ ਅਧੂਰਾ ਗਿਆਨ ਰੱਖਦੇ ਹਾਂ, ਅੱਧਾ ਗਿਆਨ ਰੱਖਦੇ ਹਾਂ, ਅਤੇ ਉਹ ਸਾਡੇ ਲਈ ਡੇਂਜਰਸ ਹੋ ਸਕਦਾ ਕਿਉਂਕਿ ਕਈ ਲੋਕ ਉਹ ਬਾਹਰ ਧਿਆਨ ਲਾਉਂਦੇ ਆ ਪਰ ਉਹਨਾਂ ਨੂੰ ਅੰਤਰਗਤ ਜਾਣਾ ਆਉਂਦਾ ਨਹੀਂ। ਅਤੇ ਮਹਾਰਾਜ ਨੇ ਸਾਨੂੰ ਗੁਰਬਾਣੀ 'ਚ ਸਮਝਾ ਦਿੱਤਾ ਕਿ ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰਹੇ। ਕਿ ਹਰੀ ਦੇ ਵਿੱਚ ਸਾਡਾ ਸਰੀਰ ਵਸਦਾ, ਸਾਡੇ ਸਰੀਰ ਦੇ ਵਿੱਚ ਹਰੀ ਵਸਦਾ, ਅਤੇ ਉਹ ਸਾਰਿਆਂ ਦੇ ਵਿੱਚ ਹਰੀ ਆ। ਅਸੀਂ ਇਹ ਦੋਨੋਂ ਗੱਲਾਂ ਬੁੱਝਣੀਆਂ ਹੁੰਦੀਆਂ। ਸਾਨੂੰ ਕਈ ਵਾਰੀ ਇਹ ਭੇਦ ਆ ਜਾਂਦਾ ਕਿ ਅਸੀਂ ਹਰੀ ਦੇ ਵਿੱਚ ਹੀ ਵਸਦੇ ਹਾਂ, ਕਿ ਹਰੀ ਦੇ ਵਿੱਚ ਅਸੀਂ ਸਾਰੇ ਤੁਰ ਫਿਰ ਰਹੇ ਹਾਂ, ਪਰ ਹਰੀ ਸਾਡੇ ਵਿੱਚ ਕਿਵੇਂ ਵਸਦਾ ਆ ਉਹ ਵੀ ਅਸੀਂ ਭੇਦ ਲੈਣਾ ਹੁੰਦਾ। ਜਦੋਂ ਸਾਨੂੰ ਬਾਹਰ ਅਤੇ ਅੰਦਰ ਦੋਨੋਂ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਅਤੇ ਫਿਰ ਜਾ ਕੇ ਸਾਡਾ ਲੇਖਾ ਜਿਹੜਾ ਆ ਉਹ ਖਤਮ ਹੁੰਦਾ ਆ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀ ਵੱਟੀ ਘਟ ਮੈਂ ਜੋਏ। ਕਿ ਜਿਹੜਾ ਪ੍ਰਕਾਸ਼ ਆ ਆਪਣੇ ਅੰਤਰਗਤ ਉਹ ਪ੍ਰਗਟ ਕਰਨਾ। ਬਾਹਰ ਭੀਤਰ, ਬਾਹਰ ਭੀਤਰ ਪਿਆ ਪ੍ਰਕਾਸ਼, ਬਾਹਰ ਅਤੇ ਅੰਦਰ ਦੋਨੋਂ ਪਾਸੇ ਪ੍ਰਕਾਸ਼ ਹੋ ਗਿਆ। ਤਬ ਹੁਆ ਸਗਲ ਕਰਮ ਕਾ ਨਾਸ। ਸਾਡੇ ਕਰਮਾਂ ਦਾ ਲੇਖਾ ਜੋਖਾ ਦਾ ਨਾਸ ਉਦੋਂ ਹੋਣਾ ਹੈ ਜਦੋਂ ਅਸੀਂ ਬਾਹਰ ਅਤੇ ਅੰਦਰ ਪ੍ਰਕਾਸ਼ ਦੇ ਵਿੱਚ ਰਹਿਣ ਲੱਗ ਪਏ, ਬਾਹਰ ਅੰਦਰ ਪ੍ਰਕਾਸ਼ ਹੋ ਗਿਆ।
ਜੇਕਰ ਅਸੀਂ ਇੱਕ ਹੀ ਪਾਸਾ ਦੇਖਦੇ ਹਾਂ ਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਉਸ ਦੇ ਨਾਲ ਜਿਹੜੀ ਸਾਡੀ ਪੂਰੀ ਗੱਲ ਨਹੀਂ ਬਣ ਸਕਦੀ, ਕਿਉਂਕਿ ਮਹਾਰਾਜ ਨੇ ਸਾਨੂੰ ਦੱਸਿਆ ਹੋਇਆ ਕਿ ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਪ੍ਰਮਾਤਮਾ ਨਾਲ ਮਿਲਣਾ। ਪ੍ਰਮਾਤਮਾ ਮਾਇਆ ਦਾ ਪਤੀ ਆ। ਮਾਇਆ ਨੂੰ ਇਸਤਰੀ ਕਹਿ ਦਿੱਤਾ, ਧਨ ਕਹਿ ਦਿੱਤਾ ਅਤੇ ਪਿਰ ਕਹਿ ਦਿੱਤਾ ਪ੍ਰਮਾਤਮਾ ਨੂੰ। ਜੇਕਰ ਅਸੀਂ ਪ੍ਰਮਾਤਮਾ ਨੂੰ ਅੰਦਰ ਵਸਾਉਂਦੇ ਹਾਂ, ਅੰਦਰ ਰੱਖਦੇ ਹਾਂ, ਅਤੇ ਜਿਹੜੀ ਮਾਇਆ ਆ ਇਹ ਸਾਡੇ ਮਨ ਨੂੰ ਛੱਡ ਦਿੰਦੀ ਹੈ। ਜਿਹਨੂੰ ਮਹਾਰਾਜ ਫਰਮਾਉਂਦੇ ਨੇ, ਜਾਂ ਪਿਰ ਅੰਦਰ ਤਾਂ ਧਨ ਬਾਹਰ। ਜੇ ਅਸੀਂ ਸਿਰਫ ਪ੍ਰਮਾਤਮਾ ਨੂੰ ਬਾਹਰ ਸਮਝਦੇ ਹਾਂ ਅਤੇ ਅੰਦਰ ਉਹਨੂੰ ਵਸਾਇਆ ਨਹੀਂ, ਅੰਤਰਗਤ ਪ੍ਰਕਾਸ਼ ਨਹੀਂ ਹੋਇਆ, ਜਾਂ ਫਿਰ ਬਾਹਰ ਤਾਂ ਧਨ ਮਾਹਰ, ਕਿ ਜਿਹੜੀ ਮਾਇਆ ਆ ਉਹ ਫਿਰ ਮਾਹਰ ਹੋ ਜਾਂਦੀ ਆ, ਕਿਉਂਕਿ ਉਹ ਸਾਡੇ ਮਨ ਨੂੰ ਕਾਬੂ ਕਰ ਲੈਂਦੀ ਹੈ। ਜਿੰਨਾ ਚਿਰ ਤੱਕ ਅੰਤਰਗਤ ਪ੍ਰਕਾਸ਼ ਨਹੀਂ ਹੁੰਦਾ, ਅਸੀਂ ਉਸ ਫਿਰ ਪ੍ਰਕਾਸ਼ ਵਿੱਚ ਸਮਾਉਂਦੇ ਨਹੀਂ, ਅੰਤਰਗਤ ਹੀ ਸਮਾਉਣਾ ਹੈ, ਅਤੇ ਫਿਰ ਉਨਾ ਚਿਰ ਸਮਝਣਾ ਚਾਹੀਦਾ ਕਿ ਅਸੀਂ ਪੂਰੀ ਤਰ੍ਹਾਂ ਪਹੁੰਚੇ ਨਹੀਂ। ਮਹਾਰਾਜ ਨੇ ਗੁਰਬਾਣੀ 'ਚ ਫਿਰ ਸਮਝਾਇਆ ਹੋਇਆ ਕਿ ਜੇਕਰ ਅਸੀਂ ਬਾਹਰ ਵੀ ਦੇਖਦੇ ਹਾਂ ਉਸ ਪ੍ਰਕਾਸ਼ ਨੂੰ, ਮਹਾਰਾਜ ਕਹਿੰਦੇ ਲੋਇਣ ਦੇਖ ਰਹੇ ਬਿਸਮਾਦੀ ਚਿੱਤ ਅਦਿਸ਼ਟ ਲਗਾਈ, ਅਦਿਸ਼ਟ ਸਦਾ ਰਹਿ ਨਿਰਾਲਮ ਜੋਤੀ ਜੋਤ ਮਿਲਾਈ। ਕਿ ਜਦੋਂ ਲੋਇਣਾਂ ਦੁਆਰਾ, ਅੱਖਾਂ ਦੁਆਰਾ ਅਸੀਂ ਪ੍ਰਮਾਤਮਾ ਨੂੰ ਵੇਖਦੇ ਹਾਂ ਬਾਹਰ ਪ੍ਰਕਾਸ਼ ਨੂੰ, ਕਹਿੰਦੇ ਕਿ ਸਾਡਾ ਅਦ੍ਰਿਸ਼ਟ ਦੇ ਨਾਲ ਧਿਆਨ ਲੱਗ ਗਿਆ। ਅਦਿਸ਼ਟ ਸਦਾ ਰਹਿ ਨਿਰਾਲਮ ਜੋਤੀ ਜੋਤ ਮਿਲਾਈ। ਸਾਡਾ ਜਿਹੜਾ ਮਨ ਆ ਉਹ ਜਦੋਂ ਅਦ੍ਰਿਸ਼ਟ ਨੂੰ ਵੇਖਦਾ ਹੈ, ਸਾਡੀ ਜੋਤ ਉਹਨਾਂ ਦੇ ਵਿੱਚ ਮਿਲਦੀ ਆ। ਪਰ ਉਹ ਕਿਵੇਂ ਮਿਲਦੀ ਆ, ਫਿਰ ਮਹਾਰਾਜ ਨੇ ਸਮਝਾਇਆ। ਮਹਾਰਾਜ ਕਹਿੰਦੇ ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਏ। ਜਦੋਂ ਅਸੀਂ ਪ੍ਰਮਾਤਮਾ ਨੂੰ ਵੇਖਦੇ ਹਾਂ, ਸਾਡੇ ਜਿਹੜੇ ਨੇਤਰ ਆ ਉਹਨਾਂ ਦੇ ਨੇਤਰਾਂ ਨਾਲ ਮਿਲਦੇ ਆ, ਅਤੇ ਸਾਡੀ ਸੁਰਤੀ ਚਲ ਜਾਂਦੀ ਹੈ ਕੰਨਾਂ ਦੇ ਵਿੱਚ ਉਹਨਾਂ ਦੀ ਆਵਾਜ਼ ਸੁਣਨ ਨੂੰ। ਜਿਵੇਂ ਕਿ ਅਸੀਂ ਦ੍ਰਿਸ਼ਟਮਾਨ ਦੇ ਵਿੱਚ ਕਈ ਵਾਰੀ ਕਿਸੇ ਨੂੰ ਵੇਖਦੇ ਹਾਂ, ਅਸੀਂ ਬੜੇ ਧਿਆਨ ਨਾਲ ਉਹਨੂੰ ਵੇਖਦੇ ਹਾਂ ਕਿ ਉਹਦੀ ਗੱਲ ਅਸੀਂ ਕੈਚ ਕਰ ਲਈਏ। ਇੱਦਾਂ ਹੀ ਜਿਹੜੇ ਗੁਰਮੁਖ ਜਾਨੇ ਆ ਉਹ ਬਾਹਰ ਪ੍ਰਕਾਸ਼ ਨੂੰ ਦੇਖ ਲੈਂਦੇ ਆ, ਅਤੇ ਜਦੋਂ ਉਹ ਵੇਖਦੇ ਆ ਉਹਨਾਂ ਦੇ ਅੱਖਾਂ ਮਿਲਦੀਆਂ ਪ੍ਰਮਾਤਮਾ ਦੇ ਨਾਲ, ਪ੍ਰਮਾਤਮਾ ਦੇ ਨੇਤਰਾਂ ਨਾਲ, ਅਤੇ ਕੰਨਾਂ ਦੇ ਵਿੱਚ ਸੁਰਤੀ ਜਿਹੜੀ ਹੈ ਸਾਡੀ ਸਮਾ ਜਾਂਦੀ ਹੈ। ਫਿਰ ਮਹਾਰਾਜ ਕਹਿੰਦੇ ਕੀ ਹੁੰਦਾ ਨੈਕਸਟ, ਉਹਨਾਂ ਨੂੰ ਅੰਦਰ ਰਸ ਮਿਲਦਾ ਆ। ਜਿਹੜਾ ਕੰਨਾਂ ਦੁਆਰਾ ਅਸੀਂ ਫਿਰ ਅਨਹਦ ਸ਼ਬਦ ਸੁਣਦੇ ਹਾਂ, ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਜਦੋਂ ਅਸੀਂ ਉਹਨਾਂ ਦੀ ਆਵਾਜ਼ ਸੁਣਦੇ, ਅਨਹਦ ਸ਼ਬਦ ਉਹਨਾਂ ਦੀ ਆਵਾਜ਼ ਆ। ਜਦੋਂ ਅਸੀਂ ਉਹਨਾਂ ਦੀ ਆਵਾਜ਼ ਸੁਣਦੇ ਹਾਂ ਅਤੇ ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਦੇ ਵਿੱਚ, ਇਹ ਸਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੇ ਨੋ ਪਠਾਏ। ਇੱਥੇ ਮਹਾਰਾਜ ਨੇ ਰਸ ਦੀ ਗੱਲ ਕੀਤੀ, ਅੰਮ੍ਰਿਤ ਦੀ ਗੱਲ ਕੀਤੀ। ਅਰਥਾਤ ਕਿ ਜਦੋਂ ਫਿਰ ਅਸੀਂ ਅੱਖਾਂ ਦੁਆਰਾ ਬ੍ਰਹਮ ਨੂੰ ਦੇਖਦੇ ਹਾਂ, ਕੰਨਾਂ ਵਿੱਚ ਸੁਰਤ ਸਮਾ ਜਾਂਦੀ ਆ, ਉਹਨਾਂ ਦੇ ਅਨਹਦ ਸ਼ਬਦ ਸੁਣਦੇ ਆ, ਉਹ ਸਾਡੇ ਸਰੀਰ ਦੇ ਵਿੱਚ ਅਨਹਦ ਬਾਣੀ ਚੱਲ ਰਹੀ ਆ। ਜਦੋਂ ਉਸ ਅਨਹਦ ਬਾਣੀ ਨਾਲ ਸਾਡਾ ਮਨ ਜੁੜਦਾ ਹੈ ਅਤੇ ਸਾਨੂੰ ਅੰਦਰੋਂ ਫਿਰ ਅੰਮ੍ਰਿਤ ਰਸ ਆਉਂਦਾ, ਜਿਸ ਨੂੰ ਫਿਰ ਮਹਾਰਾਜ ਨੇ ਕਿਹਾ ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਏ, ਜੀਭ ਰਸਾਇਣ ਚੂਨੜੀ ਰਤੀ ਲਾਲ ਲਵਾਏ। ਕਿ ਜੀਭਾ 'ਤੇ ਸਾਡੇ ਫਿਰ ਰਸ ਆਉਣ ਲੱਗ ਪੈਂਦਾ। ਜਦੋਂ ਫਿਰ ਸਾਨੂੰ ਰਸ ਆਉਣ ਲੱਗ ਪੈਂਦਾ, ਜਿਉਂ-ਜਿਉਂ ਅਸੀਂ ਅਨਹਦ ਸ਼ਬਦਾਂ ਨੂੰ ਸੁਣਦੇ ਹਾਂ ਤਾਂ ਅੰਦਰੋਂ ਸਹਿਜ ਧੁਨ ਪ੍ਰਗਟ ਹੁੰਦੀ ਆ। ਉਹੀ ਸਹਿਜ ਧੁਨ ਨੂੰ ਪਕੜ ਕੇ ਉਹ ਸਹਿਜ ਧੁਨ ਨਾਦ ਦਾ ਰੂਪ ਧਾਰਨ ਕਰਦੀ, ਫਿਰ ਉਹ ਨਾਦ ਤੂਰ ਬਣ ਜਾਂਦਾ। ਉਦੋਂ ਫਿਰ ਸਾਡੇ ਜਿਹੜਾ ਅੰਮ੍ਰਿਤ ਰਸ ਆ, ਬ੍ਰਹਮ ਰਸ ਆ, ਉਹ ਹੋਰ ਤਾਦਾਦ ਵਿੱਚ ਸਾਨੂੰ ਅੰਦਰੋਂ ਪ੍ਰਾਪਤ ਹੁੰਦਾ ਆ। ਅਤੇ ਫਿਰ ਮਹਾਰਾਜ ਕਹਿੰਦੇ ਆ ਕਿ ਸਾਡਾ ਮਨ ਉਸ ਦੇ ਵਿੱਚ ਸਮਾਉਂਦਾ, ਜਿਹਨੂੰ ਮਹਾਰਾਜ ਕਹਿੰਦੇ ਆ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਸਾਡਾ ਜਿਹੜਾ ਮਨ ਜਦੋਂ ਉਸ ਨਾਮ ਦੇ ਵਿੱਚ ਸਮਾ ਜਾਂਦਾ, ਕੀ ਹੁੰਦਾ ਕਿ ਸਾਡਾ ਮਨ ਉਸ ਵੇਲੇ ਬ੍ਰਹਮ ਦੇ ਸਨਮੁਖ ਹੋ ਜਾਂਦਾ, ਅਤੇ ਇਸ ਸੁਨ ਮੰਡਲ ਦੇ ਵਿੱਚ ਜਿੰਨੇ ਦੇਵੀ ਦੇਵ ਆ, ਉਹ ਦੇਵੀ ਦੇਵਤੇ ਸਾਰੇ ਸਾਡੀ ਸੋਭਾ ਕਰਦੇ ਆ ਖੰਡਾ ਬ੍ਰਹਮੰਡਾਂ ਦੇ ਵਿੱਚ। ਅਤੇ ਸਾਨੂੰ ਉਸ ਵੇਲੇ ਜਿੱਦਾਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਕਈ ਵਾਰੀ ਦਿਖਾ ਦਿੰਦੇ ਆ ਕਿ ਵਰਖਾ ਕਰਦੇ ਫੁੱਲਾਂ ਦੀ, ਇੱਦਾਂ ਹੀ
ਇਸ ਸੁਨਮੰਡਲ ਦੇ ਵਿੱਚ ਜਿਹੜੇ ਦੇਵੀ ਦੇਵਤੇ ਆ ਸੁਨ ਵਿੱਚ ਸਮਾਏ ਹੋਏ, ਉਹ ਦ੍ਰਿਸ਼ਟਮਾਨ ਫੁੱਲਾਂ ਦੀ ਵਰਖਾ ਨਹੀਂ ਕਰਦੇ, ਪਰ ਜਦੋਂ ਸਾਡਾ ਮਨ ਉਸ ਨਾਦ ਵਿੱਚ ਸਮਾ ਜਾਂਦਾ ਤੇ ਕੀ ਹੁੰਦਾ, ਸਾਨੂੰ ਅੰਦਰੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ। ਤੇ ਮਹਾਰਾਜ ਕਹਿੰਦੇ ਆ, ਲੋਇਣ ਰਤੀ ਲੋਇਣੀ ਕੰਨੀ ਸੁਰਤ ਸਮਾਏ, ਜੀਭ ਰਸਾਇਣ ਚੂਨੜੀ ਰਤੀ ਲਾਲ ਲਵਾਏ, ਅੰਦਰ ਮੁਸਕ ਝਕੋਲਿਆ ਕੀਮਤ ਕਹੀ ਨਾ ਜਾਏ। ਕਿ ਇੱਥੇ ਅੰਦਰ ਮੁਸਕ ਦੀ ਗੱਲ ਕੀਤੀ ਹੈ। ਮੁਸਕ ਦ ਸਿਮਿਲਰ ਵਰਡ ਇਨ ਇੰਗਲਿਸ਼ ਇਜ਼ ਮਸਕ। ਮੁਸਕ ਹੈਗਾ ਫ੍ਰੇਗਰੈਂਸ, ਖੁਸ਼ਬੂ, ਉਹ ਅੰਦਰੋਂ ਪ੍ਰਾਪਤ ਹੁੰਦੀ ਹੈ। ਅਤੇ ਕਹਿੰਦੇ ਇਸ ਦਾਤ ਦੀ ਕੀਮਤ ਜਿਹੜੀ ਹੈ ਕਹੀ ਨਹੀਂ ਜਾ ਸਕਦੀ। ਜਦੋਂ ਅਸੀਂ ਇਸ ਤਰੀਕੇ ਨਾਲ ਅਭਿਆਸ ਕਰਦੇ ਹਾਂ ਅਤੇ ਫਿਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਅਸੀਂ ਨਾਦ ਵਿੱਚ ਹੀ ਇੱਦਾਂ ਸਮਾ ਕੇ ਉਸ ਪਰਮਾਤਮਾ ਨਾਲ ਮਿਲਾਪ ਕਰਨਾ ਹੈ। ਅਤੇ ਜੇਕਰ ਅਸੀਂ ਬਾਹਰ ਅਤੇ ਅੰਦਰ ਸਾਡਾ ਅੰਦਰ ਪ੍ਰਕਾਸ਼ ਹੋ ਜਾਂਦਾ ਅਤੇ ਸਾਡੇ ਲੇਖਾ ਜੋਖਾ ਜਿਹੜਾ ਉੱਥੇ ਜਾ ਕੇ ਖਤਮ ਹੁੰਦਾ ਆ। ਹੁਣ ਮਹਾਰਾਜ ਨੇ, ਤੁਸੀਂ ਦੇਖੋਗੇ ਗੁਰਬਾਣੀ ਦੇ ਵਿੱਚ ਜੇ ਖੋਜ ਕਰੋਗੇ ਕਿ ਅੰਦਰ ਅਤੇ ਬਾਹਰ ਦੀ ਗੱਲ ਮਹਾਰਾਜ ਨੇ ਕੀਤੀ ਹੋਈ ਹੈ ਕਿ ਸਾਡੇ ਅੰਦਰ ਪ੍ਰਕਾਸ਼ ਅਤੇ ਬਾਹਰ ਵੀ। ਮਹਾਰਾਜ ਕਹਿੰਦੇ, ਨਾਨਕ ਜਨ ਗੁਰਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਕਿ ਅੰਦਰ ਵੀ ਅਤੇ ਬਾਹਰ ਇੱਕ ਹੀ ਪਰਮਾਤਮਾ ਨੂੰ ਦਿਖਾ ਦਿੱਤਾ। ਜਿੰਨਾ ਚਿਰ ਤੱਕ ਅੰਤਰਗਤ ਪ੍ਰਕਾਸ਼ ਨਹੀਂ ਹੁੰਦਾ, ਉਹਨਾਂ ਚਿਰ ਤੱਕ ਸਾਡਾ ਜਿਹੜਾ ਮਨ ਆ ਉਹ ਪੂਰਨ ਅਵਸਥਾ ਨੂੰ ਹਾਸਲ ਨਹੀਂ ਕਰ ਸਕਦਾ। ਅਸੀਂ ਉਸ ਅਵਸਥਾ 'ਤੇ ਜਾਣਾ ਆ ਜਿਹਨੂੰ ਮਹਾਰਾਜ ਕਹਿੰਦੇ ਆ ਕਿ ਨਾਦ ਵਿੱਚ ਸਮਾ ਕੇ ਅਸੀਂ ਜਾਣਾ ਉੱਥੇ ਜਿੱਥੇ ਜਿਵੇਂ ਸੂਰਜ ਦਾ ਪ੍ਰਕਾਸ਼ ਬਾਹਰ ਆ, ਇੱਦਾਂ ਹੀ ਅੰਤਰਗਤ ਸਾਡੇ ਪ੍ਰਕਾਸ਼ ਹੁੰਦਾ ਪ੍ਰਮਾਤਮਾ ਦਾ। ਅਤੇ ਉਹ ਸੂਰਜ ਤੋਂ ਵੀ ਜ਼ਿਆਦਾ ਗੁਣਾ, ਜਿਵੇਂ ਪਹਿਲਾਂ ਵਿਚਾਰ ਕੀਤੀ ਸੀ, ਕਰੋੜਾਂ ਗੁਣਾ ਜ਼ਿਆਦਾ। ਗੁਰਬਾਣੀ 'ਚ ਕਿਹਾ ਹੈ ਕਿ 12 ਬਾਰੇ ਉਗਵੇ ਸੂਰ, ਕਿ 12 ਗੁਣਾ ਜ਼ਿਆਦਾ ਸਾਡੇ ਸੂਰਜ ਤੋਂ। ਉਹ ਕੀ ਹੁੰਦਾ ਕਿ ਜਿਉਂ-ਜਿਉਂ ਤੁਸੀਂ ਉਸ ਅਵਸਥਾ 'ਤੇ ਪਹੁੰਚਦੇ, ਪ੍ਰਕਾਸ਼ ਵੱਧਦਾ ਹੀ ਜਾਂਦਾ ਹੈ। ਜਿਨ੍ਹਾਂ ਨੇ ਬਾਹਰੋਂ ਬ੍ਰਹਮ ਜੋਤ ਦਾ ਦਰਸ਼ਨ ਕੀਤੇ ਆ, ਉਹ ਫਿਰ ਜਿਉਂ-ਜਿਉਂ ਦਾ ਸਹਿਜ ਵਿੱਚ ਚੱਲਦੇ ਆ, ਜਾਂ ਜਿਨ੍ਹਾਂ ਨੇ ਅੰਦਰੋਂ ਸਿਰਫ ਸਿੱਧਾ ਅਭਿਆਸ ਕਰਕੇ ਗੁਰਮੰਤਰ ਦਾ, ਫਿਰ ਸੁਣ 'ਚ ਗਏ, ਫਿਰ ਨਾਦ ਨੂੰ ਪਕੜਿਆ, ਫਿਰ ਨਾਦ 'ਚ ਸਮਾ ਕੇ ਉਸ ਪ੍ਰਕਾਸ਼ ਤੱਕ ਗਏ, ਉਹ ਸਾਰਾ ਭੇਦ ਉਹਨਾਂ ਨੂੰ ਮਿਲਦਾ ਆ। ਮਹਾਰਾਜ ਨੇ ਤਾਂ ਹੀ ਸਾਨੂੰ ਵਾਰ-ਵਾਰ ਕਿਹਾ ਕਿ ਜੇਕਰ ਅਸੀਂ ਪ੍ਰਮਾਤਮਾ ਨੂੰ ਮਿਲਣਾ ਹੈ, ਨਾਦ ਵਿੱਚ ਸਮਾਉਣਾ ਪੈਣਾ। ਜਿਹਨੂੰ ਮਹਾਰਾਜ ਕਹਿੰਦੇ, ਜਬ ਦੇਖਾਂ ਤਬ ਗਾਵਾਂ। ਕਿ ਜਦੋਂ ਅਸੀਂ ਪ੍ਰਮਾਤਮਾ ਨੂੰ ਵੇਖਿਆ, ਫਿਰ ਅਸੀਂ ਉਹਦੀ ਉਸਤਤ ਕਰਦੇ ਹਾਂ, ਮੱਲੋ ਮੱਲੀ ਉਸਤਤ ਨਿਕਲਦੀ ਹੈ ਮੂੰਹ 'ਚੋਂ। ਤੋਂ ਜਨ ਧੀਰਜ ਪਾਵਾ। ਕਹਿੰਦੇ ਕਿ ਜਿਹੜਾ ਜਾਣਿਆ ਉਹਨੂੰ ਧੀਰਜ ਮਿਲਦਾ, ਉਹਦਾ ਮਨ ਜਿਹੜਾ ਸ਼ਾਂਤ ਹੁੰਦਾ। ਨਾਦ ਸਮਾਏ ਲੋ ਰੇ ਸਤਿਗੁਰ ਭੇਟ ਲੈ ਦੇਵਾ ਰਹਾਓ। ਕਹਿੰਦੇ ਨਾਦ ਵਿੱਚ ਸਮਾ ਲਓ, ਨਾਦ ਵਿੱਚ ਆਪਣੇ ਮਨ ਨੂੰ ਸਮਾਓ, ਅਤੇ ਕਹਿੰਦੇ ਸਤਿਗੁਰ ਨਾਲ ਭੇਟ ਹੋ ਜੂਗੀ। ਫਿਰ ਦੱਸਦੇ ਆ ਕਿ ਕੀ ਕੀ ਸਾਨੂੰ ਅੰਦਰੋਂ ਦਿਸੂਗਾ। ਜਹ ਝਿਲ ਮਿਲ ਕਾਰ ਦਸੰਤਾ। ਕਹਿੰਦੇ ਅੰਦਰੋਂ ਜਿਵੇਂ ਅਸੀਂ ਬਾਹਰ ਆਕਾਸ਼ 'ਚ ਰਾਤ ਨੂੰ ਦੇਖਦੇ ਹਾਂ, ਹਨੇਰੇ ਦੇ ਵਿੱਚ ਤਾਰੇ ਦਿਸਦੇ ਆ, ਇੱਦਾਂ ਹੀ ਤਾਰੇ ਜਿਹੜੇ ਆ ਉਹ ਵੱਖ-ਵੱਖ ਇਹਦਾ ਚਮਕਦੇ ਆ। ਉਹਨੂੰ ਕਹਿ ਦਿੱਤਾ ਝਿਲਮਿਲ। ਝਿਲਮਿਲ ਦਾ ਪ੍ਰਕਾਸ਼ ਅੰਤਰਗਤ ਹੁੰਦਾ। ਕਹਿੰਦੇ ਤਹਿ ਅਨਹਦ ਸ਼ਬਦ ਬਜੰਤਾ। ਕਹਿੰਦੇ ਨਾਲ ਨਾਲ ਫਿਰ ਅਨਹਦ ਸ਼ਬਦ ਵੱਜਦੇ ਆ। ਉਸ ਜਗ੍ਹਾ ਅਸੀਂ ਚਲੇ ਜਾਂਦੇ ਜਿਹਨੂੰ ਕਹਿੰਦੇ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਣੀ। ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਮੇਰੀ ਜੋਤ ਉਸ ਪਰਮਾਤਮਾ ਵਿੱਚ ਮਿਲ ਗਈ। ਰਤਨ ਕਮਲ ਕੋਠਰੀ ਚਮਕਾਰ ਬੀਜਲ ਤਹੀ। ਕਹਿੰਦੇ ਕਿ ਰਤਨ ਵਾਲੀ ਜਿਹੜੀ ਕੋਠੜੀ ਆ, ਜਿੱਥੇ ਕਮਲ ਦਾ ਪ੍ਰਕਾਸ਼ ਆ, ਕਹਿੰਦੇ ਉੱਥੇ ਅਸੀਂ ਪਹੁੰਚ ਗਏ। ਚਮਕਾਰ ਬੀਜਲ ਤਹੀ। ਕਹਿੰਦੇ ਕਿ ਬਿਜਲੀ ਵਰਗਾ ਪ੍ਰਕਾਸ਼ ਅੰਤਰਗਤ ਹੁੰਦਾ। ਨੇਰੈ ਨਾਹੀਂ ਦੂਰ ਨਿਜ ਆਤਮੈ ਰਹਿਆ ਭਰਪੂਰ। ਇੱਥੇ ਇਹ ਆਤਮਕ ਪ੍ਰਕਾਸ਼ ਦੀ ਗੱਲ ਕੀਤੀ ਹੈ। ਫਿਰ ਕਹਿੰਦੇ ਆਤਮਕ ਪ੍ਰਕਾਸ਼ ਤੋਂ ਬਾਅਦ ਕੀ ਹੁੰਦਾ? ਜੈ ਅਨਹਤ ਸੂਰ ਉਜਾਰਾ। ਕਹਿੰਦੇ ਉੱਥੇ ਬਾਅਦ ਸੂਰਜ ਦਾ ਪ੍ਰਕਾਸ਼ ਹੁੰਦਾ। ਸੋ ਜਿਹੜੇ ਆਤਮਕ ਪ੍ਰਕਾਸ਼ ਆ, ਗੁਰਬਾਣੀ ਦੇ ਵਿੱਚ ਉਹਨੂੰ ਚੰਦਰਮਾ ਦੀ ਰੋਸ਼ਨੀ ਦੀ ਨਿਆਈ ਦੱਸਿਆ ਹੋਇਆ, ਨਾਲੇ ਬਿਜਲੀ ਦੀ ਰੋਸ਼ਨੀ ਵਾਂਗ। ਜਿੱਥੇ ਜਾ ਕੇ ਫਿਰ ਆਤਮਾ ਜਾ ਕੇ ਮਿਲ ਜਾਂਦੀ ਹੈ ਪ੍ਰਮਾਤਮਾ ਦੇ ਵਿੱਚ, ਅਤੇ ਉੱਥੇ ਮਹਾਰਾਜ ਨੇ ਦੱਸਿਆ ਹੋਇਆ ਕਿ ਸੂਰਜ ਦੇ ਪ੍ਰਕਾਸ਼ ਵਾਂਗ ਆ। ਜੈ ਅਨਹਤ ਸੂਰ ਉਜਾਰਾ। ਉਹ ਸਾਡੇ ਸੂਰਜ ਤੋਂ ਕਈ ਗੁਣਾ ਜ਼ਿਆਦੇ। ਤੈ ਦੀਪਕ ਜਲੈ ਸੰਸਾਰਾ। ਕਹਿੰਦੇ ਜਿਹੜੇ ਦੀਵੇ ਆ ਉਸ ਦੇ ਸਾਹਮਣੇ ਉਹ ਕੁਛ ਵੀ ਨਹੀਂ, ਉਸ ਅੰਦਰਲੇ ਪ੍ਰਕਾਸ਼ ਦੇ। ਗੁਰ ਪ੍ਰਸਾਦੀ ਜਾਣਿਆ ਜਨ ਨਾਮਾ ਸਹਿਜ ਸਮਾਨਿਆ। ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਇਹ ਸਾਨੂੰ ਜਾਣਕਾਰੀ ਮਿਲ ਜਾਂਦੀ ਹੈ,
ਅਤੇ ਸਹਿਜ ਦੇ ਵਿੱਚ ਜਾ ਕੇ ਅਸੀਂ ਸਮਾ ਜਾਂਦੇ ਹਾਂ। ਹੁਣ ਇਹ ਹੈ ਅਵਸਥਾ ਜਿਹੜੀ ਅਸੀਂ ਹਾਸਲ ਕਰਨੀ ਹੈ, ਜਿਹਨੂੰ ਭਗਤ ਕਬੀਰ ਜੀ ਨੇ ਵੀ ਕਿਹਾ ਹੈ ਕਿ ਜਦੋਂ ਅਸੀਂ ਅੱਖਾਂ ਹੁਣ ਬੰਦ ਕਰਦੇ ਹਾਂ, ਭਗਤ ਕਬੀਰ ਜੀ ਨੇ ਵੀ ਕਿਹਾ ਕਿ ਇਹ ਜਿਵੇਂ ਮੱਸਿਆ ਦੀ ਰਾਤ ਹੁੰਦੀ ਹੈ, ਨਾ ਸਾਨੂੰ ਸੂਰਜ ਦਿਸਦਾ ਨਾ ਚੰਦਰਮਾ, ਸਾਨੂੰ ਹਨੇਰਾ ਦਿਸਦਾ ਅੰਦਰ। ਕਈ ਐਸੇ ਆ ਉਹ ਕਹਿ ਦਿੰਦੇ ਅੱਖਾਂ ਬੰਦ ਹੀ ਨਹੀਂ ਕਰਨੀਆਂ, ਅੰਤਰਗਤ ਜਾਣਾ ਹੀ ਨਹੀਂ, ਕਿਉਂਕਿ ਉਹਨਾਂ ਨੇ ਅੱਧਾ ਗਿਆਨ ਪਕੜਿਆ ਹੋਇਆ ਆ। ਉਹਨਾਂ ਨੂੰ ਪਤਾ ਹੀ ਨਹੀਂ ਕਿ ਅੰਤਰਗਤ ਹੀ ਨਾਦ ਵਿੱਚ ਸਮਾ ਕੇ ਜਾਊਂਗੇ ਤਾਂ ਪੂਰੀ ਅਵਸਥਾ ਬਣੂਗੀ, ਉਂਝ ਨਹੀਂ। ਅਤੇ ਜਦੋਂ ਅਸੀਂ ਇਹਨਾਂ ਅੱਖਾਂ ਤੋਂ ਉੱਪਰ ਉੱਠਦੇ, ਅੱਖਾਂ ਤਾਂ ਕੀ ਸਾਰੇ ਗਿਆਨ ਇੰਦਰੇ ਛੱਡਣੇ ਆ। ਮਹਾਰਾਜ ਨੇ ਤਾਂ ਸਾਨੂੰ ਸਮਝਾ ਦਿੱਤਾ ਕਿ ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜੇ ਸਰੀਰ। ਸਰੀਰ ਦੇ ਵਿੱਚ ਹੀ ਸਾਡੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਆ ਜਾਂਦੇ। ਇਹਨਾਂ ਤੋਂ ਉੱਪਰ ਉੱਠਾਂਗੇ ਤਾਂ ਹੀ ਅਸੀਂ ਉੱਥੇ ਤੱਕ ਪਹੁੰਚਾਂਗੇ। ਅਤੇ ਜਿਹੜਾ ਕਹਿੰਦਾ ਕਿ ਮੈਂ ਇਹਨਾਂ ਗਿਆਨ ਇੰਦਰਿਆਂ ਦਾ ਇਸਤੇਮਾਲ ਹੀ ਕਰੀ ਜਾਣਾ ਹੈ ਅਤੇ ਮੈਂ ਇਹਨਾਂ ਤੋਂ ਉੱਪਰ ਉੱਠਣਾ ਹੀ ਨਹੀਂ, ਅਤੇ ਉਹ ਕਿਵੇਂ ਪਹੁੰਚੂਗਾ। ਅਤੇ ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾ ਦਿੱਤਾ ਕਿ ਤਾਂ ਹੀ ਅਸੀਂ 9 ਦਰਾਂ ਨੂੰ ਬੰਦ ਕਰਨਾ। 9 ਦਰ ਠਾਕੇ ਧਾਵਤ ਰਹਾਏ। ਜੇ ਇਹਨਾਂ ਨੂੰ ਅਸੀਂ ਬੰਦ ਕਰਾਂਗੇ, ਅਰਥਾਤ ਸੁਰਤੀ ਇਹਨਾਂ ਤੋਂ ਉੱਪਰ ਉਠਾਵਾਂਗੇ, 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਕਰ ਵਾਸਾ ਪਾਏ। ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਉਣੇ ਆ। ਕਹਿੰਦੇ ਗੁਰੂ ਦੀ ਮੱਤ ਦੁਆਰਾ ਉੱਥੇ ਸ਼ਬਦ ਸੁਣਦੇ ਆ ਅਤੇ ਅਸੀਂ 10ਵੇਂ ਦੁਆਰ ਦੇ ਵਿੱਚ ਪਹੁੰਚਦੇ। ਇਸ ਸ਼ਬਦ ਜਿੱਥੇ ਅਨਹਦ ਚੱਲ ਰਿਹਾ, ਇਹ 10ਵੇਂ ਦੁਆਰ ਦੀ ਨਿਸ਼ਾਨੀ ਆ। ਫਿਰ ਭਗਤ ਕਬੀਰ ਜੀ ਨੇ ਦੱਸਿਆ ਹੋਇਆ, ਕਹਿੰਦੇ ਜਿਵੇਂ ਅਮਾਵਸ ਮੇਂ ਆਸ ਨਿਵਾਰੋ, ਮੱਸਿਆ ਦੀ ਰਾਤ ਆ ਜਿੱਥੇ ਹਨੇਰਾ ਆ, ਅਤੇ ਅਸੀਂ ਪਹੁੰਚਣਾ ਉੱਥੇ ਜਿੱਥੇ ਪੂਰਨਮਾਸ਼ੀ ਆ। ਪੁੰਨਿਓ ਪੂਰਾ ਚੰਦ ਆਕਾਸ, ਪਸਰੇ ਕਲਾ ਸਹਿਜ ਪ੍ਰਕਾਸ਼। ਕਿ ਸਹਿਜ ਵਿੱਚ ਜਾ ਕੇ ਇਹ ਕਲਾ ਦਾ ਪ੍ਰਕਾਸ਼ ਹੁੰਦਾ ਆ, ਅੰਦਰ ਆਤਮਿਕ ਪ੍ਰਕਾਸ਼ ਹੀ ਹਰ ਵਕਤ ਫਿਰ ਰਹਿੰਦਾ ਆ। ਅਸੀਂ ਉਸ ਤੱਕ ਪਹੁੰਚਣਾ ਜਿੱਥੇ ਜਦੋਂ ਅੱਖਾਂ ਬੰਦ ਕਰਦੇ ਸਾਨੂੰ ਪ੍ਰਕਾਸ਼ ਦਿਸੇ, ਹਨੇਰਾ ਨਹੀਂ। ਫਿਰ ਮਹਾਰਾਜ ਨੇ ਸਾਨੂੰ ਇਹ ਭੇਦ ਦਿੱਤਾ, ਉਹੀ ਭਗਤ ਕਬੀਰ ਜੀ ਦੀ ਬਾਣੀ, ਕਿ ਅੰਧਿਆਰੇ ਦੀਪਕ ਚਾਹੀਏ, ਕਿ ਹਨੇਰੇ ਦੇ ਵਿੱਚ ਦੀਪਕ ਦੀ ਲੋੜ ਆ। ਬਾਹਰ ਤਾਂ ਸਾਨੂੰ ਦਿਸ ਰਿਹਾ ਆ, ਪਰ ਉਹ ਹਨੇਰੇ ਕਿਹੜੇ ਆ, ਜਦੋਂ ਅਸੀਂ ਅੱਖਾਂ ਬੰਦ ਕਰਦੇ ਇਹੀ ਜੋਤ ਦਾ ਇਸਤੇਮਾਲ ਅਸੀਂ ਅੰਤਰਗਤ ਨਹੀਂ ਕਰ ਰਹੇ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਗੋਚਰ ਲਈ ਹੈ, ਬਸਤ ਗੋਚਰ ਪਾਈ ਘਟ ਦੀਪਕ ਰਹਿਆ ਸਮਾਈ। ਕਹਿੰਦੇ ਘਟ ਦੇ ਵਿੱਚ, ਸਰੀਰ ਦੇ ਵਿੱਚ ਇੱਕ ਦੀਪਕ ਜਿਹੜਾ ਆ ਉਹ ਜਗ ਪੈਂਦਾ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋਂ ਕਿਆ ਕੀਜੇ। ਹੁਣ ਕਹਿੰਦੇ ਕਿ ਜਦੋਂ ਦਾ ਸਾਡੇ ਅੰਦਰ ਦਾ ਪ੍ਰਕਾਸ਼ ਹੋਇਆ, ਕਹਿੰਦੇ ਅਸੀਂ ਜਾਣ ਲਿਆ। ਜਦੋਂ ਪ੍ਰੈਕਟੀਕਲ ਹੋਇਆ, ਮਨ ਜਿਹੜਾ ਉਹ ਮੰਨ ਗਿਆ ਇਸ ਗੱਲ ਨੂੰ। ਜਬ ਜਾਣਿਆ ਤੋ ਮਨ ਮਾਨਿਆ। ਅਤੇ ਕਹਿੰਦੇ ਲੋਕ ਭਾਵੇਂ ਮੰਨਣ ਜਾਂ ਨਾ, ਸਾਨੂੰ ਕੀ ਫਰਕ ਪੈਂਦਾ ਹੈ। ਫਿਰ ਮਹਾਰਾਜ ਨੇ ਹੁਣ ਇਹ ਸਾਰਾ ਭੇਦ ਦਿੱਤਾ ਹੈ ਕਿ ਅਸੀਂ ਅੰਤਰਗਤ ਇਸ ਤਰੀਕੇ ਨਾਲ ਪ੍ਰਕਾਸ਼ ਤੱਕ ਪਹੁੰਚਣਾ। ਹੁਣ ਜਿਹੜੇ ਲੋਕ ਹੈਗੇ ਆ ਕਿ ਉਹ ਪਖੰਡ ਕਰਦੇ ਆ, ਉਹ ਚਾਹੁੰਦੇ ਕਿ ਸਾਡੇ ਨਾਲ ਜੁੜਨ, ਉਹ ਗੁਰੂ ਸਾਹਿਬ ਨਾਲ ਨਹੀਂ ਜੋੜਦੇ, ਉਹ ਸਿੱਧਾ ਪ੍ਰਕਾਸ਼ ਅਗਲੇ ਨੂੰ ਕਰਾਉਣ ਦੀ ਕੋਸ਼ਿਸ਼ ਕਰਦੇ। ਤੁਸੀਂ ਉੱਥੇ ਸੁਚੇਤ ਰਹਿਣਾ ਆ। ਹੁਣ ਜਿਹੜੇ ਪਖੰਡੀ ਹੁੰਦੇ ਆ, ਉਹ ਨਹੀਂ ਚਾਹੁੰਦੇ ਕਿ ਕਦੇ ਇੱਦਾਂ ਦੀ ਕਥਾ ਉਹਨਾਂ ਦੇ ਚੇਲੇ ਸੁਣ ਲੈਣ, ਕਿਉਂਕਿ ਉਹਨਾਂ ਨੂੰ ਡਰ ਹੁੰਦਾ ਆ ਕਿ ਚੇਲੇ ਟੁੱਟ ਜਾਣਗੇ। ਅਤੇ ਇੱਕ ਵਾਰੀ ਕੀ ਹੋਇਆ ਕਿ ਇੱਕ ਸੰਸਥਾ ਆ, ਉਹਦਾ ਨਾਂ ਨਹੀਂ ਮੈਂ ਲੈਣਾ, ਉਹ ਉੱਦਾਂ ਉਹਨਾਂ ਨੂੰ ਲਾਈਟਾਂ ਵਾਲੇ ਬਾਬਾ ਕਹਿ ਦਿੰਦੇ ਸੀਗੇ। ਉਹ ਅੱਖਾਂ ਮਲ ਮਲ ਕੇ ਨਾ ਲੋਕਾਂ ਨੂੰ ਇਹਦਾ ਪ੍ਰਕਾਸ਼ ਦਿਖਾਉਂਦੇ ਸੀ। ਅਤੇ ਉਹਨਾਂ ਦੇ ਜਿਹੜੇ ਪ੍ਰਚਾਰਕ ਸਨ, ਉਹ ਪਿਤਾ ਜੀ ਕੋਲ ਆਏ ਜਦੋਂ ਪਿਤਾ ਜੀ ਉੱਥੇ ਪ੍ਰਚਾਰ ਕਰ ਰਹੇ ਸੀ ਇੰਡੀਆ ਦੇ ਵਿੱਚ, ਅਤੇ ਕਾਫੀ ਇੱਦਾਂ ਗੁਰਮੁਖਾਂ ਨੂੰ ਭੇਦ ਮਿਲ ਰਿਹਾ ਸੀ। ਜਿੰਨੇ ਵੀ ਉਹਨਾਂ ਦੇ ਪ੍ਰਚਾਰਕ ਉਸ ਪਖੰਡੀ ਦੇ ਆਏ ਪਿਤਾ ਜੀ ਕੋਲ, ਉਹ ਪਿਤਾ ਜੀ ਨਾਲ ਵਿਚਾਰ ਕਰਨ, ਅਤੇ ਪਿਤਾ ਜੀ ਕਹਿਣ ਕਿ ਇੱਦਾਂ ਆ ਕਿ ਜੇ ਅਸੀਂ ਪਰਮਾਤਮਾ ਤੋਂ ਇਜਾਜ਼ਤ ਲੈ ਲਈਏ ਤਾਂ ਅਸੀਂ ਸਾਰਿਆਂ ਨੂੰ ਪ੍ਰਕਾਸ਼ ਕਰਾ ਦਿੰਦੇ ਹਾਂ, ਕਿ ਜਿੱਦਾਂ ਮਹਾਰਾਜ ਨੇ ਦੱਸਿਆ ਹੋਇਆ। ਪਰ ਪਰਮਾਤਮਾ ਦੀ ਇਜਾਜ਼ਤ, ਪਿਤਾ ਜੀ ਨੇ ਕਿਹਾ ਕਿ ਪਰਮਾਤਮਾ ਦੀ ਇਜਾਜ਼ਤ ਦੇ ਨਾਲ। ਅਤੇ ਉਹ ਜਿੰਨੇ ਵੀ ਪ੍ਰਚਾਰਕ ਸੀਗੇ, ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੇ ਸਾਰੇ ਇੱਥੇ ਚੇਲੇ ਇਕੱਠੇ ਕਰ ਲਓ, ਸਾਰਿਆਂ ਨੂੰ ਪ੍ਰਕਾਸ਼ ਹੋ ਜਾਊਗਾ। ਅਤੇ ਉਹੀ ਜਿਹੜੇ ਪ੍ਰਚਾਰਕ ਸੀਗੇ ਉਸ ਸੰਸਥਾ ਦੇ, ਉਹ ਮੁਨਕਰ ਹੋ ਗਏ, ਕਹਿੰਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜੇ ਇੱਥੇ ਇਹਨਾਂ ਨੇ ਸਾਡੇ ਚੇਲਿਆਂ ਨੇ ਆ ਕੇ ਇਹਨਾਂ ਦੀ ਗੱਲ ਸੁਣ ਲਈ ਤਾਂ ਉਹ ਸਾਡੇ ਤੋਂ ਟੁੱਟ ਜਾਣਗੇ, ਕਿਉਂਕਿ ਇਹ ਗੁਰੂ ਸਾਹਿਬ ਦੀ ਗੁਰਬਾਣੀ ਦੀ ਗੱਲ ਆ। ਇੱਦਾਂ ਹੀ ਇੱਕ ਗੁਰਮੁਖ ਇੱਕ ਵਾਰੀ ਅਮਰੀਕਾ ਦੇ ਵਿੱਚ ਉਹ ਕਿਸੇ ਸੰਤਾਂ ਦਾ ਸੰਗਤ ਕਰਦਾ ਸੀ। ਉਹ ਸੰਤ ਜਿਹੜੇ ਸੀ, ਉਹਨਾਂ ਨੇ ਆਪਣੇ ਚੇਲੇ ਨੂੰ ਸਮਝਾ ਦਿੱਤਾ
ਕਿ ਤੂੰ ਬ੍ਰਹਮ ਗਿਆਨੀ ਆ। ਉਹ ਸਿੱਖ ਜਿਹੜਾ ਸੀ, ਉਹਨੇ ਸੀਗਾ ਤਾਂ ਉਹ ਗੁਰੂ ਸਾਹਿਬ ਦਾ ਸਿੱਖ, ਪਰ ਉਹ ਸੰਤਾਂ ਦੀ ਸੰਗਤ ਕਰਦੇ। ਸੰਤ ਸੀਗਾ ਪਖੰਡੀ। ਸੰਤਾਂ ਨੂੰ ਉਹਨੇ ਬੜਾ ਕੁਛ ਦਾਨ ਪੁੰਨ ਕੀਤਾ। ਸੰਤ ਨੇ ਉਹ ਸਿੱਖ ਨੂੰ ਸਮਝਾ ਦਿੱਤਾ ਕਿ ਤੂੰ ਤਾਂ ਭਈ ਬ੍ਰਹਮ ਗਿਆਨੀ ਆ। ਅਤੇ ਜਿਹੜੇ ਗੁਰਮੁਖ ਜਨ ਸੰਗਤ ਉੱਥੇ ਅਮਰੀਕਾ ਦੇ ਵਿੱਚ ਕਰਦੇ ਸੀਗੇ, ਪਿਤਾ ਜੀ ਉਹਨਾਂ ਦੀ ਸੰਗਤ ਉਹਨਾਂ ਨੇ ਕੀਤੀ, ਉਹਨਾਂ ਨੇ ਗੁਰਬਾਣੀ ਦੇ ਗਿਆਨ ਲਿਆ। ਉਹਨਾਂ ਨੇ ਸੁਣਿਆ ਉਸ ਸਿੱਖ ਬਾਰੇ, ਕਹਿੰਦੇ ਕਿ ਸੁਣਿਆ ਕਿ ਉਹਦਾ 10ਮ ਦੁਆਰ ਖੁੱਲ੍ਹਾ, ਉਹਦੇ ਨਾਲ ਗੱਲਬਾਤ ਕਰਦੇ ਹਾਂ ਜਾ ਕੇ। ਉਸ ਗੁਰਮੁਖ ਨਾਲ ਜਦੋਂ ਉਹਨਾਂ ਨੇ ਗੱਲ ਕੀਤੀ ਅਤੇ ਉਹਨਾਂ ਨੂੰ ਪੁੱਛਿਆ, ਪਹਿਲਾਂ ਤਾਂ ਉਹ ਕਰੀ ਜਾਵੇ ਕਿ ਹਾਂ ਉਹਨੂੰ ਗਿਆਨ ਹੋ ਗਿਆ। ਅਤੇ ਇੱਦਾਂ ਜਦੋਂ ਉਹਨਾਂ ਨੇ ਪੁੱਛਿਆ ਗੁਰਬਾਣੀ ਵਿੱਚੋਂ ਕਿ ਤੈਨੂੰ ਇੱਦਾਂ ਅਨਹਦ ਸ਼ਬਦ ਸੁਣਦੇ ਆ, ਨਾਦ ਚੱਲਦਾ ਆ, ਇੱਦਾਂ ਅੰਤਰਗਤ ਪ੍ਰਕਾਸ਼ ਹੁੰਦਾ ਆ। ਅਤੇ ਜਦੋਂ ਇੱਦਾਂ ਗੁਰਬਾਣੀ ਰਾਹੀਂ ਉਹਨਾਂ ਨੇ ਸ਼ਬਦਾਂ ਰਾਹੀਂ ਇੱਦਾਂ ਸਮਝਾਇਆ ਕਿ ਇੱਦਾਂ ਗੁਰਬਾਣੀ 'ਚ ਲਿਖਿਆ, ਉਹ ਸਿੱਖ ਨੂੰ ਰੀਅਲਾਈਜ਼ ਹੋ ਗਿਆ ਕਿ ਇਹ ਮੈਨੂੰ ਉਸ ਪਖੰਡੀ ਸੰਤ ਨੇ ਭਰਮ ਪਾਇਆ ਹੋਇਆ ਸੀਗਾ ਕਿ ਮੈਂ ਬ੍ਰਹਮ ਗਿਆਨੀ ਹਾਂ। ਅਤੇ ਉਹ ਰੋਣ ਲੱਗ ਪਿਆ। ਇੱਦਾਂ ਹੀ ਕਈ ਜੀਵ ਜਿਹੜੇ ਸੰਸਾਰ ਵਿੱਚ ਆ, ਉਹਨਾਂ ਨੂੰ ਭਰਮ ਕਈ ਹੋਰ ਪਾ ਦਿੰਦੇ ਕਿ ਤੂੰ ਪਹੁੰਚ ਗਿਆ, ਪਰ ਹਜੇ ਪਹੁੰਚੇ ਹੁੰਦੇ ਨੇ। ਅਤੇ ਜਿਹੜਾ ਸਿੱਖ ਆ, ਗੁਰਸਿੱਖ, ਉਹ ਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੁੰਦਾ। ਉਹਨੂੰ ਪਤਾ ਹੁੰਦਾ ਕਿ ਸੱਚ ਕੀ ਹੈ, ਝੂਠ ਕੀ ਆ। ਉਹਨੂੰ ਇੰਨਾ ਗਿਆਨ ਹੋਣਾ ਚਾਹੀਦਾ। ਜਿਹੜੇ ਗੁਰਮੁਖ ਜਾਣੇ ਆ, ਜਿਹੜੇ ਪ੍ਰਚਾਰ ਕਰਦੇ, ਉਹਨੂੰ ਭੇਦ ਮਿਲ ਜਾਂਦਾ ਕਿ ਇਹ ਸੱਚ ਦੱਸ ਰਿਹਾ ਕਿ ਝੂਠ ਦੱਸ ਰਿਹਾ। ਉਹ ਆਪਣੇ ਗੁਰੂ ਨਾਲ ਪਹਿਲਾਂ ਜੁੜੇ ਹੁੰਦੇ ਆ। ਕਈ ਵਾਰੀ ਕੀ ਹੁੰਦਾ ਕਿ ਜਿਹੜੇ ਪਖੰਡ ਕਰਦੇ ਆ, ਉਹਨਾਂ ਦੇ ਰਿਸ਼ਤੇਦਾਰ, ਸੱਜਣ ਮਿੱਤਰ ਉਹਨਾਂ ਨਾਲ ਜੁੜ ਜਾਂਦੇ ਆ, ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਨਾਲ ਜੁੜ ਜਾਂਦੇ ਆ, ਪਰ ਉਹਨਾਂ ਦੇ ਵੀ ਅੰਦਰ ਜੁਰਤ ਨਹੀਂ ਹੁੰਦੀ ਉਹਨਾਂ ਨੂੰ, ਉਹਨਾਂ ਦੇ ਪਖੰਡੀ ਸੰਤਾਂ ਨੂੰ ਦੱਸਣ ਲਈ ਕਿ ਤੁਸੀਂ ਗਲਤ ਪ੍ਰਚਾਰ ਕਰ ਰਹੇ ਆ। ਗੁਰਸਿੱਖ ਜਿਹੜਾ ਆ, ਉਹ ਜੁਰਤ ਵਾਲਾ ਹੁੰਦਾ ਆ। ਉਹ ਸੱਚ ਨੂੰ ਸੱਚ ਕਹੂਗਾ, ਝੂਠ ਨੂੰ ਝੂਠ ਕਹੂਗਾ, ਭਾਵੇਂ ਪਰਿਵਾਰ ਨੂੰ ਕਹਿਣਾ ਪਵੇ ਜਾਂ ਕਿਸੇ ਨੂੰ ਵੀ ਦੱਸਣਾ ਪਵੇ, ਕਿਉਂਕਿ ਉਹ ਗੁਰੂ ਸਾਹਿਬ ਨਾਲ ਪਹਿਲਾਂ ਜੁੜਿਆ ਹੁੰਦਾ। ਤਾਂ ਹੀ ਅਸੀਂ ਇਸ ਤਰੀਕੇ ਨਾਲ ਕੇਅਰਫੁਲ ਰਹਿਣਾ ਆ ਕਿ ਅਸੀਂ ਪ੍ਰਕਾਸ਼ ਤੱਕ ਪਹੁੰਚਣਾ। ਜਿੰਨਾ ਚਿਰ ਤੱਕ ਸਾਡੇ ਅੰਦਰ ਪ੍ਰਕਾਸ਼ ਨਹੀਂ ਹੋ ਜਾਂਦਾ, ਇਹ ਨਹੀਂ ਸਮਝਣਾ ਕਿ ਅਸੀਂ ਪਹੁੰਚ ਗਏ। ਸਾਡੀ ਜੋਤ ਉਸ ਫਿਰ ਪ੍ਰਕਾਸ਼ ਵਿੱਚ ਮਿਲਣੀ ਚਾਹੀਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਆ, ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਏ, ਨਦਰੀ ਏ ਮਨ ਵਸਾਵੈ, ਨਦਰੀ ਮਨ ਨਿਰਮਲ ਹੋਏ। ਜਿੱਥੇ ਮਹਾਰਾਜ ਕਹਿੰਦੇ ਆ ਕਿ ਸਤਿਗੁਰੂ ਹੈ ਬੋਹਿਤਾ ਸ਼ਬਦ ਲੰਘਾਵਣਹਾਰ, ਤਿੱਥੈ ਪਵਨ ਨਾ ਪਾਵਕੋ, ਨਾ ਜਲ ਨਾ ਆਕਾਰ, ਤਿੱਥੈ ਸੱਚਾ ਸੱਚ ਨਾਏ, ਭਵ ਜਲ ਤਾਰਨਹਾਰ। ਗੁਰਮੁਖ ਲੰਗੇ ਸੇ ਪਾਰ ਪੇ, ਸੱਚੇ ਸਿਉ ਲਿਵਲਾਏ, ਆਵਾ ਗੌਣ ਨਿਵਾਰਿਆ, ਜੋਤੀ ਜੋਤ ਮਿਲਾਏ। ਅਤੇ ਇਸ ਤਰੀਕੇ ਦੇ ਨਾਲ ਉਸ ਜਗ੍ਹਾ ਪਹੁੰਚਣਾ ਹੈ। ਹੁਣ ਕਈ ਇੱਥੇ ਸੰਸਾਰ ਵਿੱਚ ਲੋਕ ਕਹਿੰਦੇ ਆ ਕਿ ਉਹ ਗੋਬਿੰਦ ਦੇ ਚਾਕਰ ਨੇ, ਪਰ ਜਿਹੜਾ ਗੋਬਿੰਦ ਦਾ ਚਾਕਰ ਆ, ਉਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਨਹੀਂ ਭੰਨਦਾ। ਗੋਬਿੰਦ ਦਾ ਜਿਹੜਾ ਚਾਕਰ ਆ, ਉਹ ਕਦੇ ਪਖੰਡ ਨਹੀਂ ਕਰਦਾ, ਆਪ ਨਹੀਂ ਦੂਜਿਆਂ ਨੂੰ ਪ੍ਰਕਾਸ਼ ਕਰਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਕਿਉਂਕਿ ਪਖੰਡ ਜਿਹੜਾ ਆ, ਉਹ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਚਾਕਰ ਤਾਂ ਤੇਰਾ ਸੋਏ ਹੋਵੇ, ਜੋ ਇਹ ਸਹਿਜ ਸਮਾਵੇ। ਉਹ ਸਹਿਜ ਵਿੱਚ ਸਮਾਉਂਦੇ ਆ। ਤੁਸੀਂ ਆਪ ਬੁੱਝ ਲੈਣਾ ਕਿ ਕਈ ਜਿਹੜੇ ਆਪਣੇ ਆਪ ਨੂੰ ਗੋਬਿੰਦ ਦੇ ਚਾਕਰ ਖਵਾਉਂਦੇ ਆ, ਵਾਕਿਆ ਚਾਕਰ ਹੈ ਕਿ ਉਹ ਕੁਛ ਹੋਰ ਬਣੇ ਹੋ। ਚਾਕਰ ਜਿਹੜਾ, ਉਹ ਤਾਂ ਸਹਿਜ ਵਿੱਚ ਸਮਾਉਂਦਾ ਹੈ। ਉਹ ਤਾਂ ਸਹਿਜ ਦੇ ਵਿੱਚ ਸਮਾਉਣ ਦੀ ਗੱਲ ਕਰੂਗਾ, ਅਰਥਾਤ ਕਿ ਇਹਨਾਂ ਗਿਆਨ ਇੰਦਰੀਆਂ ਤੋਂ ਉੱਪਰ ਉੱਠਣ ਦਾ, ਨੇਤਰਾਂ ਤੋਂ ਵੀ ਉੱਪਰ ਉੱਠਣ ਦਾ। ਸੋ ਇਹ ਅਸੀਂ ਥੋੜ੍ਹਾ ਜਿਹਾ ਧਿਆਨ ਰੱਖਣਾ ਆ। ਅੱਜ ਦੇ ਜਿਹੜੇ ਵਿਚਾਰ ਸੀ, ਉਹ ਸੀਗੀ ਐਸੀ ਪ੍ਰਥਾ ਹੈ ਕਿ ਅਸੀਂ ਪ੍ਰਕਾਸ਼ ਤੱਕ ਪਹੁੰਚਣਾ, ਅਤੇ ਅਖੀਰਲੀ ਜਿਹੜੀ ਸਾਡੀ ਮੰਜ਼ਿਲ ਆ, ਉਹ ਇਹੀ ਹੈ ਕਿ ਸਾਡੀ ਜੋਤ ਉਸ ਪਰਮਾਤਮਾ ਵਿੱਚ ਮਿਲ ਜਾਏ। ਅਤੇ ਇਹ ਕੋਸ਼ਿਸ਼ ਕਰਨੀ ਹੈ ਕਿ ਅਸੀਂ ਸਰਗੁਣ ਅਤੇ ਨਿਰਗੁਣ ਨੂੰ ਦੋਨਾਂ ਨੂੰ ਸਮਝੀਏ। ਜਿਹੜਾ ਅਧੂਰਾ ਗਿਆਨ ਰੱਖਦੇ ਆ, ਕਈ ਨਿਰਗੁਣ ਨੂੰ ਸਮਝਦੇ ਆ, ਸਰਗੁਣ ਦਾ ਭੇਦ ਨਹੀਂ ਉਹਨਾਂ ਨੂੰ। ਕਈ ਸਰਗੁਣ ਨੂੰ ਸਮਝਦੇ ਆ, ਉਹਨਾਂ ਨੂੰ ਨਿਰਗੁਣ ਦਾ ਭੇਦ ਨਹੀਂ। ਮਹਾਰਾਜ ਨੇ ਦੱਸਿਆ ਸਾਨੂੰ ਕਿ ਦੋਨਾਂ ਦਾ ਭੇਦ ਅਸੀਂ ਰੱਖਣਾ। ਹੁਣ ਕਈ ਜੀਵ ਐਸੇ ਆ, ਉਹ ਅਰਥ ਕਰੀ ਜਾਂਦੇ ਆ ਇਸ ਤਰੀਕੇ ਨਾਲ ਕਿ ਉਹ ਸੋਚਦੇ ਕਿ ਅੰਦਰਲੀ ਗੱਲ ਕੀਤੀ, ਉੱਥੇ ਬਾਹਰਲੀ ਕੀਤੀ ਹੁੰਦੀ। ਜਿਵੇਂ ਅੱਗੇ ਵੀ ਵਿਚਾਰ ਕੀਤੇ, ਇੱਕ ਗੁਰਮੁਖ ਕਹਿੰਦਾ ਕਿ ਜਿਹੜਾ ਸ਼ਬਦ ਆ ਕਿ ਕਈ ਗੁਰਮੁਖ ਜਨ ਚਿੜੀਆਂ ਉਹਨਾਂ ਨੂੰ ਸੁਣਦੀਆਂ, ਪਹਿਲਾਂ ਅੰਦਰ ਉਹ ਚਿੜੀਆਂ ਨਹੀਂ ਹੁੰਦੀਆਂ, ਅਸਲ ਵਿੱਚ ਉੱਦਾਂ ਲੋਕ ਡਿਸਕ੍ਰਾਈਬ ਕਰ ਦਿੰਦੇ, ਇੱਦਾਂ ਹੁੰਦੇ ਅਨਹਦ ਸ਼ਬਦ ਹੁੰਦੇ ਆ। ਅਤੇ ਜਦੋਂ ਉਹਨਾਂ ਨੂੰ ਸੁਣਦੇ ਆ ਤਾਂ ਇੱਦਾਂ ਪਹਿਲਾਂ ਮਹਿਸੂਸ ਹੁੰਦਾ। ਅਤੇ ਉਹ ਮੈਨੂੰ ਕਹਿੰਦੇ ਕਿ ਚਿੜੀ ਚੁੱਕੀ ਪਾਉ ਫੁੱਟੀ ਵਗਨ ਬਹੁਤ ਰੰਗ, ਉਸ ਬਾਰੇ ਹੈ ਕਿ ਇੱਦਾਂ ਚਿੜੀਆਂ ਦੀਆਂ ਆਵਾਜ਼ਾਂ ਆਉਂਦੀਆਂ। ਅਤੇ ਮੈਂ ਕਿਹਾ ਕਿ ਅੱਛਾ,
ਮੈਂ ਜਾ ਕੇ ਪਿਤਾ ਜੀ ਨੂੰ ਪੁੱਛ ਲਿਆ। ਪਿਤਾ ਜੀ ਨੇ ਜਦੋਂ ਜਾ ਕੇ ਪੁੱਛਿਆ ਤੇ ਪਿਤਾ ਜੀ ਕਹਿੰਦੇ ਨਹੀਂ, ਇਹ ਤਾਂ ਪੌਫੁੱਟ ਵੇਲੇ ਦੀ ਗੱਲ ਕੀਤੀ ਕਿ ਸਵੇਰ ਦਾ ਵੇਲੇ ਜਦੋਂ ਚਿੜੀਆਂ ਇਹਦੇ ਚੁੱਕਣ ਲੱਗ ਪੈਂਦੀਆਂ ਉਦੋਂ ਜਿਹੜੇ ਗੁਰਮੁਖ ਆ ਉਹ ਅਭਿਆਸ ਕਰਦੇ ਆ। ਉਹ ਤਾਂ ਦ੍ਰਿਸ਼ਟਮਾਨ ਦੀ ਗੱਲ ਕੀਤੀ ਹੋਈ ਹੈ। ਚਿੜੀ ਚੁੱਕੀ ਪਉ ਫੁੱਟੀ ਵਗਨ ਬਹੁਤ ਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਸੋ ਕਈ ਵਾਰੀ ਮਹਾਰਾਜ ਨੇ ਦ੍ਰਿਸ਼ਟਮਾਨ ਦੀ ਗੱਲ ਕੀਤੀ ਹੋਈ ਹੈ, ਕਈ ਵਾਰੀ ਅਦ੍ਰਿਸ਼ਟ ਦੀ। ਅੱਜ ਕੱਲ੍ਹ ਤਾਂ ਇਹ ਇੱਥੇ ਤੱਕ ਕਰੀ ਜਾਂਦੇ ਆ ਕਿ ਗਨਕਾ ਨੂੰ ਸਾਧੂ ਨੇ ਤੋਤਾ ਦਿੱਤਾ ਸੀਗਾ, ਕਹਿੰਦੇ ਤੋਤਾ ਦਿੱਤਾ ਨਹੀਂ, ਤੋਤਾ ਕੁਛ ਹੋਰ ਸੀਗਾ। ਉਹ ਨਾ ਉਹਨਾਂ ਨੂੰ ਹਿਸਟਰੀ ਦਾ ਪਤਾ, ਨਾ ਗੁਰਬਾਣੀ ਦੀ ਵਿਚਾਰ ਉਹਨਾਂ ਨੇ ਦਾਨਾ ਕੀਤੀ। ਇੱਦਾਂ ਹੀ ਇੱਕ ਵਾਰੀ ਇੱਕ ਗੁਰਮੁਖ ਇੱਥੇ ਗੁਰਬਾਣੀ ਪ੍ਰੋਗਰਾਮ 'ਤੇ TV 'ਤੇ ਆਏ ਅਤੇ ਉਹ ਕਹਿੰਦੇ ਕਿ ਹਰਨਾਕਸ਼ ਕੋਈ ਸੀਗਾ ਨਹੀਂ, ਹਰਨਾਕਸ਼ ਤਾਂ ਪ੍ਰਹਿਲਾਦ ਦੀ ਬੁੱਧੀ ਸੀਗੀ। ਅਤੇ ਭਗਤ ਪ੍ਰਹਿਲਾਦ ਜੀ ਦੀ ਬੁੱਧੀ ਦੱਸੀ ਜਾਣ ਕਿ ਗੁਰਬਾਣੀ 'ਚ ਜਦੋਂ ਕਿ ਸਪਸ਼ਟ ਲਿਖਿਆ ਕਿ ਹਰਨਾਕਸ਼ ਨੇ ਵਾਰ ਕੀਤਾ, ਉਹਦੀ ਬੁੱਧੀ ਨੇ ਵਾਰ ਕੀਤਾ ਸੀਗਾ ਫਿਰ ਭਗਤ ਪ੍ਰਹਿਲਾਦ ਜੀ 'ਤੇ। ਸੁਖਵਿੰਦਰ ਕੌਰ ਨੇ ਉਹਨਾਂ ਦਾ ਨੰਬਰ ਦੇਖਿਆ ਸੀਗਾ ਉਸ ਸ਼ੋਅ 'ਤੇ, ਗੁਰਬਾਣੀ ਦਾ ਪ੍ਰੋਗਰਾਮ, ਅਤੇ ਉਹਨਾਂ ਨੂੰ ਫੋਨ ਕੀਤਾ। ਜਦੋਂ ਉਹਨਾਂ ਨੂੰ ਫੋਨ ਕੀਤਾ ਅਤੇ ਗੁਰਮੁਖ ਕਹਿੰਦੇ ਅੱਛਾ ਤੁਹਾਨੂੰ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਉਹਨੂੰ ਸਮਝ ਆ ਗਈ ਕਿ ਉਹਦੀ ਵਿਚਾਰ ਜਿਹੜੀ ਸੀ ਗਲਤ ਆ, ਕਿ ਹਰਨਾਕਸ਼ ਵਾਕਿਆ ਸੀਗਾ। ਉਹ ਭਗਤ ਪ੍ਰਹਿਲਾਦ ਜੀ ਦੀ ਕੋਈ ਬੁੱਧੀ ਨਹੀਂ ਸੀ। ਭਗਤ ਪ੍ਰਹਿਲਾਦ ਜੀ ਦੀ ਬੁੱਧੀ ਤਾਂ ਸ਼ੁੱਧ ਸੀਗੀ, ਹਰਨਾਕਸ਼ ਉਹਨਾਂ ਪਿਤਾ ਦਾ ਨਾਂ ਸੀ। ਸੋ ਲੋਕ ਬਹੁਤ ਕੁਛ ਕਰਦੇ ਆ ਸੰਸਾਰ ਵਿੱਚ, ਧਿਆਨ ਰੱਖਣਾ ਹੁੰਦਾ ਸੀ ਗੁਰਬਾਣੀ ਮੁਤਾਬਕ ਚੱਲਣਾ ਆ। ਧਿਆਨ ਵੀ ਅਸੀਂ ਇਸ ਤਰੀਕੇ ਨਾਲ ਰੱਖਣਾ ਆ ਕਿ ਅਸੀਂ ਮਹਾਰਾਜ ਦੀ ਮਰਿਆਦਾ ਮੁਤਾਬਕ ਚੱਲੀਏ। ਇਹ ਨਾ ਹੋਵੇ ਕਿ ਸਤਿਗੁਰੂ ਆਖਰੀ ਕੁੰਜੀ ਦੇਣ ਨਾ, ਜਿਸ ਦੁਆਰਾ ਅਮਰ ਪਦ ਵੀ ਹਾਸਲ ਹੋਣੀ ਹੈ। ਤਾਂ ਹੀ ਅਸੀਂ ਸਤਿਗੁਰ ਦੀ ਦੱਸੀ ਹੋਈ ਮਰਿਆਦਾ ਮੁਤਾਬਕ ਚੱਲੀਏ। ਸੋ ਜੇ ਬੋਲਦਿਆਂ ਹੋਇਆਂ ਮੇਰੇ ਤੋਂ ਕੋਈ ਵੀ ਅੱਖਰ ਵਾਧਾ ਘਾਟਾ ਭੁੱਲ-ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾफ़ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।